ਸੂਹੀ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 747 ਤੋਂ ਆਰੰਭ ਹੋ ਕੇ 48 ਤੇ ਸਮਾਪਤੀ ਹੁੰਦੀ ਹੈ। ਸ਼ਹੀਦਾਂ ਦੇ ਸਰਤਾਜ, ਮਾਨਵਤਾ ਦੇ ਰਹਿਬਰ, ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦਾ ਜੋ ਸੈਂਟਰਲ ਆਈਡੀਆ ਹੈ ਉਹ ਰਹਾਉ ਦੀ ਤੁਕ ਦੇ ਅੰਦਰ ਹਜ਼ੂਰ ਨੇ ਸੰਬੋਧਨ ਕੀਤਾ ਹੈ, ਸੰਤੋ ਸਾਗਰ ਪਾਰ ਉਤਰੀਐ। ਜੋ ਵੀ ਗੁਰੂ ਸਾਹਿਬ ਜੀ ਕੋਲੋਂ ਸੇਧ ਲੈਣ ਦੀ ਯਤਨ ਕਰਦਾ ਹੈ, ਸੰਗਤ ਦੇ ਵਿੱਚ ਬਹਿ ਕੇ ਜਾਂ ਆਨਲਾਈਨ ਅੱਜ ਮੀਡੀਆ ਦੇ ਰਾਹੀਂ ਅਸੀਂ ਸਰਵਣ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨਾਲ ਕਿਸੇ ਵੀ ਢੰਗ ਨਾਲ ਜੁੜੀਏ। ਸਤਿਗੁਰੂ ਜੀ ਨੇ ਸਮੂਹਕ ਤੌਰ ਤੇ ਸੰਗਤੀ ਰੂਪ ਦੇ ਵਿੱਚ ਸੰਤੋ ਲਫ਼ਜ਼ ਦੇ ਨਾਲ ਸੰਬੋਧਨ ਕੀਤਾ। ਇਹ ਅਸਲ ਦੇ ਵਿੱਚ ਗੁਰੂ ਸਾਹਿਬ ਵੱਲੋਂ ਪੇ ਕੀਤੀ ਹੋਈ ਰਿਸਪੈਕਟ ਹੈ ਸੰਗਤ ਦੇ ਪ੍ਰਤੀ, ਜੋ ਵੀ ਆਪਣੇ ਆਪ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਾਹ ਦੇ ਉੱਤੇ ਚਲਾਉਣ ਦੇ ਲਈ ਯਤਨਸ਼ੀਲ ਹੈ, ਉਹਦੇ ਲਈ ਹਜ਼ੂਰ ਨੇ ਸੰਤੋ ਲਫ਼ਜ਼ ਬਿਆਨ ਕੀਤਾ ਹੈ। ਅੱਜ ਵੀ ਵੈਸੇ ਟ੍ਰੇਨਿੰਗ ਦੇ ਦੌਰਾਨ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੈ, ਕਈ ਵਾਰੀ ਬੜੀਆਂ ਵੱਡੀਆਂ ਮੋਟੀਵੇਸ਼ਨਲ ਬੁੱਕਸ ਲਿਖੀਆਂ ਜਾਂਦੀਆਂ ਨੇ ਕਿ ਬੰਦੇ ਦਾ ਜਦੋਂ ਵੀ ਕਿਸੇ ਨਾਲ ਇੰਟਰੈਕਸ਼ਨ ਹੁੰਦਾ ਹੈ, ਖਾਸ ਕਰਕੇ ਦੂਸਰਿਆਂ ਦੇ ਨਾਲ ਗੱਲ ਕਰਦਿਆਂ ਹੋਇਆਂ ਬੰਦੇ ਨੂੰ ਬੜੀ ਰਿਸਪੈਕਟ ਦੇ ਨਾਲ ਵਰਡਿੰਗ ਯੂਜ਼ ਕਰਨੀ ਚਾਹੀਦੀ ਹੈ। ਤੇ ਆਲੋਕ ਵਿਹਾਰ ਵਰਗੀਆਂ ਬੜੀਆਂ ਵੱਡੀਆਂ ਬੁੱਕ ਦੀ ਵੀ ਚਰਚਾ ਰਹੀ ਹੈ ਕਿ ਲੋਕਾਂ ਨੂੰ ਉਹਨਾਂ ਦੀ ਰਿਸਪੈਕਟ ਰੱਖ ਕੇ ਜਿਹੜਾ ਅਸਲ ਦੇ ਵਿੱਚ ਕੋਈ ਸੰਦੇਸ਼ ਦਿੱਤਾ ਜਾਏ। ਤੇ ਗੁਰੂ ਸਾਹਿਬ ਜੀ ਨੇ ਵੀ ਬਾਣੀ ਦੇ ਅੰਦਰ ਇਹ ਸਿਖਾਇਆ ਹੈ, ਕਿਉਂਕਿ ਬਹੁਤੀ ਵਾਰੀ ਜਦੋਂ ਅਸੀਂ ਬੜੀ ਹਾਰਸ਼ ਲੈਂਗੁਏਜ ਦੇ ਵਿੱਚ ਕ੍ਰਿਟੀਸਾਈਜ਼ ਕਰਦੇ ਹਾਂ, ਤੇ ਜੇ ਰੈਗੂਲਰ ਸਿੱਖਿਆ ਦੇਣੀ ਹੋਵੇ ਤੇ ਅਸਲ ਦੇ ਵਿੱਚ ਫਿਰ ਦੂਸਰੇ ਨੂੰ ਮੈਸੇਜ ਦੇ ਪਾਉਣਾ ਕਈ ਵਾਰੀ ਸੰਭਵ ਨਹੀਂ ਹੁੰਦਾ, ਕਿਉਂਕਿ ਬੰਦਾ ਅੰਦਰੋਂ ਰੈਸਿਸਟ ਕਰਨਾ ਸ਼ੁਰੂ ਕਰ ਦਿੰਦਾ, ਅਪੋਜ਼ ਕਰਨਾ ਸ਼ੁਰੂ ਕਰ ਦਿੰਦਾ, ਜਿਹੜੀ ਵਰਡਿੰਗ ਉਹਨੂੰ ਸੁੱਖ ਨਹੀਂ ਦਿੰਦੀ ਜਾਂ ਰਸ ਨਹੀਂ ਦਿੰਦੀ। ਤੇ ਗੁਰੂ ਸਾਹਿਬ ਜੀ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਾਹ ਤੇ ਤੁਰੇ ਹੋਏ ਨੇ, ਉਹਨਾਂ ਲਈ ਸਮੂਹਿਕ ਰੂਪ ਦੇ ਵਿੱਚ ਅੱਜ ਸਾਨੂੰ ਸੰਤੋ ਲਫ਼ਜ਼ ਵੀ ਨਾਲ ਸੰਬੋਧਨ ਕੀਤਾ ਤੇ ਸਾਨੂੰ ਸਮਝਾਇਆ ਵੀ ਹੈ ਕਿ ਅਸਲ ਦੇ ਵਿੱਚ ਘਰ ਦੇ ਵਿੱਚ ਜਦੋਂ ਅਸੀਂ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਹੈ ਤੇ ਬੜੀ ਜਿਹੜੀ ਵਧੀਆ ਲੈਂਗੁਏਜ ਸਾਡੀ ਹੋਣੀ ਚਾਹੀਦੀ, ਵਰਡਿੰਗ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਬੜਾ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ ਜਾਂ ਬੜੀ ਬੇਰੁਖੀ ਦੇ ਨਾਲ ਜਿਨ੍ਹਾਂ ਨਾਲ ਪੇਸ਼ ਆਇਆ ਜਾਂਦਾ, ਵੱਡੇ ਹੋ ਕੇ ਬੜੇ ਲੋਕ ਨੇ ਜਿਹੜੇ ਕ੍ਰਿਮੀਨਲ ਬਣੇ ਨੇ। ਜਿਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ, ਅਸੀਂ ਜ਼ਿੰਦਗੀ ਦੇ ਹਰ ਪੱਖ ਤੋਂ ਸਿੱਖਣਾ ਹੁੰਦਾ। ਅਸੀਂ ਇੱਥੇ ਬਦਲਣ ਦੇ ਲਈ, ਆਪਣੇ ਬਿਹੇਵ ਨੂੰ ਬਦਲਣ ਦੇ ਲਈ ਯਤਨ ਕਰ ਰਹੇ ਹੁੰਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਮਝ ਰਹੇ ਹੁੰਦੇ ਹਾਂ। ਤੇ ਸਟਾਲਿਨ ਦੇ ਬਾਰੇ ਜ਼ਿਕਰ ਹੈ ਵੀ ਬਚਪਨ ਦੇ ਵਿੱਚ ਉਹਨੂੰ ਬੜਾ ਬਰੂਟਲੀ ਜਿਹੜਾ ਕੁੱਟਿਆ ਮਾਰਿਆ ਜਾਂਦਾ ਸੀ ਉਹਦੇ ਫਾਦਰ ਵੱਲੋਂ, ਜਾਂ ਉਹਦਾ ਵਾਤਾਵਰਨ ਇਸ ਤਰ੍ਹਾਂ ਦਾ ਸੀ ਜਿਹਦੇ ਨਾਲ ਉਹਨੂੰ ਮੈਂਟਲੀ ਸਿੱਖ ਤੱਕ ਇੰਨਾ ਬਣਾ ਦਿੱਤਾ ਗਿਆ ਸੀ। ਜਦੋਂ ਰਸ਼ੀਆ ਦੀ ਕ੍ਰਾਂਤੀ ਹੋਈ ਨਾ, ਤੇ ਬਾਹਰ ਗੋਲੀਆਂ ਚੱਲ ਰਹੀਆਂ ਸੀ, ਲੋਕਾਂ ਨੂੰ ਧੜਾ ਧੜ ਵੱਢਿਆ ਜਾ ਰਿਹਾ ਸੀ, ਲੋਕ ਕਰਲਾ ਰਹੇ ਸਨ, ਹਰ ਪਾਸੇ ਦੁੱਖ ਤੇ ਸਹਿਮ ਦਾ ਮਾਹੌਲ ਸੀ, ਪਰ ਉਹ ਬੈਠਾ ਹੋਇਆ ਕਮਰੇ ਦੇ ਵਿੱਚ ਹੱਸ ਰਿਹਾ ਸੀ, ਖਿੜਖਿੜਾ ਰਿਹਾ ਸੀ। ਉਹਦੇ ਤੇ ਉਹ ਲੋਕਾਂ ਦੇ ਦੁੱਖ ਦਰਦ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ, ਕਿਉਂਕਿ ਅੰਦਰੋਂ ਇਸ ਤਰ੍ਹਾਂ ਦਾ ਬਣਾ ਦਿੱਤਾ ਬਚਪਨ ਦੇ ਵਿੱਚ। ਇਸ ਕਰਕੇ ਕਈ ਵਾਰੀ ਸਾਡਾ ਕਿਸੇ ਨਾਲ, ਜੇ ਖਾਸ ਕਰਕੇ ਜਿਹੜੇ ਸਾਡੇ ਸੰਪਰਕ ਦੇ ਵਿੱਚ ਲੌਂਗ ਟਾਈਮ ਲੋਕ ਰਹਿੰਦੇ ਨੇ,
ਉਹਦੇ ਪ੍ਰਤੀ ਬਹੁਤ ਕ੍ਰਿਟੀਸਾਈਜ਼ ਦਾ ਮਾਹੌਲ ਬਣ ਜਾਏ। ਮੰਨ ਲਓ ਕੋਈ ਬੰਦਾ ਇੱਥੋਂ ਤੱਕ ਵੀ ਡਰੱਗ ਐਡਿਕਟਡ ਹੈ, ਖਾਸ ਕਰਕੇ ਨਸ਼ੇ ਕਰਦਾ, ਅਤੇ ਨਸ਼ੇ ਕਰਦਿਆਂ ਹੋਇਆਂ ਜੇ ਘਰ ਦੇ ਉਹਨੂੰ ਪ੍ਰੇਮ ਵਾਲਾ ਮਾਹੌਲ ਨਾ ਦੇਣ ਅਤੇ ਲਗਾਤਾਰ ਰੋਜ਼ ਉਹਨੂੰ ਬੜਾ ਬਰੂਟਲੀ ਕ੍ਰਿਟੀਸਾਈਜ਼ ਕੀਤਾ ਜਾਏ। ਬੜੇ ਕਮਾਲ ਦੀ ਇੱਕ ਘਟਨਾ ਹੈ। ਕੋਈ ਬੀਬੀ ਕਿਸੇ ਸਾਈਕੋਲੋਜਿਸਟ ਕੋਲ ਚਲੀ ਗਈ ਅਤੇ ਜਾ ਕੇ ਕਹਿਣ ਲੱਗੀ ਵੀ ਮੇਰਾ ਪਤੀ ਸ਼ਰਾਬ ਪੀਂਦਾ ਹੈ। ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਉਹ ਸ਼ਰਾਬ ਪੀ ਕੇ ਹੁੰਦਾ ਅਤੇ ਤੁਸੀਂ ਕਿਵੇਂ ਉਹਨੂੰ ਹੈਂਡਲ ਕਰਦੇ ਹੋ, ਟੈਕਲ ਕਿਵੇਂ ਕਰਦੇ ਹੋ? ਉਹ ਕਹਿਣ ਲੱਗੀ ਮੈਨੂੰ ਤਾਂ ਗੁੱਸਾ ਚੜ੍ਹ ਜਾਂਦਾ, ਜੋ ਮੇਰੇ ਮਨ ਦੇ ਵਿੱਚ ਆਉਂਦਾ ਮੈਂ ਸਾਰਾ ਕੁਝ ਸੁਣਾ ਦਿੰਦੀ ਉਹਨੂੰ, ਵੀ ਤੂੰ ਬੜਾ ਭ੍ਰਸ਼ਟ ਹੈ, ਅਸਲ ਦੇ ਵਿੱਚ ਤੇਰੇ ਤੋਂ ਨਿਕੰਮਾ ਕੋਈ ਬੰਦਾ ਨਹੀਂ, ਤੇਰੇ ਅੰਦਰ ਕੋਈ ਸੈਂਸ ਆਫ ਰਿਸਪੈਂਸਿਬਿਲਿਟੀ ਨਹੀਂ ਹੈ। ਅਤੇ ਉਹਨੇ ਸਾਈਕੋਲੋਜਿਸਟ ਨੇ ਕਿਹਾ ਵੀ ਅਸਲ ਦੇ ਵਿੱਚ ਤੂੰ ਇੱਕ ਕੰਮ ਕਰਨਾ ਕਿ ਅੱਜ ਤੋਂ ਬਾਅਦ ਜਦੋਂ ਵੀ ਉਹ ਪੀ ਕੇ ਆਏ ਨਾ, ਤੂੰ ਉਹਦੇ ਨਾਲ ਕੋਈ ਵੀ ਇਸ ਤਰ੍ਹਾਂ ਉਹਨੂੰ ਗਾਲੀ ਗਲੋਚ ਜਾਂ ਜਿਹੜੀ ਵੀ ਸ਼ਬਦਾਵਲੀ ਵਰਤਣੀ ਉਹ ਤੂੰ ਨਹੀਂ ਵਰਤਣੀ। ਅਤੇ ਉਹ 2-3 ਦਿਨਾਂ ਬਾਅਦ ਉਸ ਕੋਲ ਵਾਪਸ ਆ ਗਈ, ਕਹਿਣ ਲੱਗੀ ਇਹ ਬਹੁਤ ਔਖਾ ਕੰਮ ਹੈ, ਇਹ ਨਹੀਂ ਹੋ ਸਕਦਾ। ਉਹ ਕਹਿਣ ਲੱਗਾ ਕੀ ਨਹੀਂ ਹੋ ਸਕਦਾ? ਕਹਿਣ ਲੱਗੀ ਮੈਨੂੰ ਤਾਂ ਅਸਲ ਦੇ ਵਿੱਚ ਆਦਤ ਪਈ ਹੋਈ, ਜਦੋਂ ਤੱਕ ਮੈਂ ਉਹਨੂੰ ਡਾਂਟ ਨਾ ਲਾਂ, 5-7 ਸੁਣਾ ਨਾ ਲਾਂ, 10-15 ਮਿੰਟ ਉਹਦੇ 'ਤੇ ਲੈਕਚਰ ਨਾ ਦੇ ਲਾਂ, ਅਤੇ ਮੈਨੂੰ ਤਾਂ ਲੱਗਦਾ ਜਿਵੇਂ ਮੈਂ ਘਰ ਹੀ ਨਹੀਂ ਹਾਂ। ਮੈਨੂੰ ਤਾਂ ਬੜਾ ਔਖਾ ਹੁੰਦਾ। ਇਸ ਕਰਕੇ ਮੈਨੂੰ ਜਿਹੜਾ ਇਹ ਬੜਾ ਔਖਾ ਕੰਮ ਹੈ ਵੀ ਉਹ ਪੀ ਕੇ ਆਏ ਅਤੇ ਮੈਂ ਕੁਝ ਕਹਾਂ ਨਾ, ਕਿਉਂਕਿ ਮੈਨੂੰ ਆਦਤ ਪੱਕ ਚੁੱਕੀ ਹੈ। ਉਹਨੇ ਕਿਹਾ ਅਸਲ ਦੇ ਵਿੱਚ ਆਪਣਾ ਆਪਣਾ ਨਸ਼ਾ ਹੈ, ਉਹਨੂੰ ਸ਼ਰਾਬ ਦਾ ਨਸ਼ਾ, ਤੈਨੂੰ ਗੁੱਸੇ ਦੇ ਵਿੱਚ ਡਾਂਟਣ ਦਾ ਨਸ਼ਾ, ਅਤੇ ਤੁਸੀਂ ਦੋਵੇਂ ਅਸਲ ਦੇ ਵਿੱਚ ਆਪਣੇ ਨਸ਼ੇ ਦੇ ਪੂਰਤੀ ਕਰ ਰਹੇ ਹੋ। ਅਤੇ ਇਹ ਅਸਲ ਦੇ ਵਿੱਚ ਜਿਹੜੀਆਂ ਬੈਡ ਹੈਬਿਟਸ ਹੁੰਦੀਆਂ ਨਾ ਸਾਡੀਆਂ, ਜਿਹੜੀਆਂ ਅਸੀਂ ਲਗਾਤਾਰ ਪਕਾ ਲਈਆਂ ਹੁੰਦੀਆਂ, ਇਹ ਵੀ ਓਸ਼ਨ ਦੀ ਤਰ੍ਹਾਂ, ਸਾਗਰ ਦੀ ਤਰ੍ਹਾਂ ਬੰਦੇ ਨੂੰ ਬਦਲਣੀਆਂ ਔਖੀਆਂ ਹੋ ਜਾਂਦੀਆਂ। ਇਸ ਕਰਕੇ ਅੱਜ ਦੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਜਿਹੜੀ ਗੱਲ ਕਰ ਰਹੇ ਨੇ, ਸੰਤੋ ਸਾਗਰ ਪਾਰ ਉਤਰਿਆ। ਤੁਸੀਂ ਵੇਖੋ ਕਈ ਵਾਰੀ, ਔਰ ਬਹੁਤ ਸਾਰੇ ਲੋਕਾਂ ਦੀ ਇਹ ਗੱਲ ਹੁੰਦੀ ਹੈ ਵੀ ਉਹਨਾਂ ਦਾ ਬਾਹਰ ਦੇ ਲੋਕਾਂ ਨਾਲ ਬਿਹੇਵ ਬੜਾ ਗੁੱਡ ਹੁੰਦਾ, ਲੋਕ ਉਹਨਾਂ ਦੀ ਬੜੀ ਤਾਰੀਫ ਕਰ ਰਹੇ ਹੁੰਦੇ ਨੇ, ਅਤੇ ਜੇ ਉਹਨਾਂ ਨੂੰ ਕਿਧਰੇ ਕਹਿ ਦਿੱਤਾ ਜਾਏ ਵੀ ਤੁਸੀਂ ਘਰੇਲੂ ਤੌਰ 'ਤੇ ਬੜੀ ਰਿਸਪੈਕਟ ਵਾਲੀ ਸ਼ਬਦਾਵਲੀ, ਖਾਸ ਕਰਕੇ ਭੈਣ ਭਰਾਵਾਂ ਦੇ ਨਾਲ ਜਾਂ ਲਾਈਫ ਪਾਰਟਨਰ ਨਾਲ ਜੋ ਤੁਸੀਂ ਆਦਤ ਪਈ ਹੋਈ ਉਹ ਬਦਲ ਲਓ, ਅਤੇ ਉਹਨਾਂ ਨੂੰ ਬੜੀ ਔਖੀ ਲੱਗਦੀ ਕਈ ਵਾਰੀ ਅੰਦਰੋਂ, ਜਿਹੜਾ ਬੰਦੇ ਨੂੰ ਜਿਹੜਾ ਸ਼ਾਇ ਫੀਲ ਕਰਦਾ ਵੀ ਇਹਨੂੰ ਅੱਜ ਤੱਕ ਤੇ ਮੈਂ ਇਹ ਕਹਿੰਦਾ ਰਿਹਾ, ਅਤੇ ਹੁਣ ਮੈਂ ਵੀਰ ਜੀ ਕਹਿ ਕੇ ਜਾਂ ਜੀ ਕਹਿ ਕੇ ਜਾਂ ਰਿਸਪੈਕਟ ਨਾਲ ਕਿਵੇਂ ਜਿਹੜਾ ਹੈਂਡਲ ਕਰਾਂ। ਅਤੇ ਅਸਲ ਦੇ ਵਿੱਚ ਇਹਦੇ ਬਾਰੇ ਜਿਹੜਾ ਸਰਵੇ ਕੀਤਾ ਗਿਆ ਅੱਜ, ਤੇ ਇਹੋ ਜਿਹੇ ਬਿਹੇਵ ਦੇ ਬਾਰੇ ਡਾਟਾ ਹੈ ਬੰਦੇ ਦੇ ਕੋਲ, ਵੀ ਕੋਈ ਪਾਰਟੀ ਚੱਲ ਰਹੀ ਸੀ ਅਤੇ ਅਚਾਨਕ ਲਾਈਟ ਚਲੀ ਗਈ। ਕਹਿੰਦੇ ਨੇ ਉੱਥੇ ਕਾਫੀ ਲੋਕ ਸਨ, ਅਤੇ ਇੱਕ ਕਿਸੇ ਜਿਹੜਾ ਮੇਲ ਦਾ ਪੈਰ ਕਿਸੇ ਲੇਡੀਜ਼ ਦੇ ਪੈਰ 'ਤੇ ਰੱਖਿਆ ਗਿਆ। ਉਹਨੇ ਉਸੇ ਸਮੇਂ ਜਿਹੜਾ ਗਾਲੀ ਗਲੋਚ ਕਰਨ ਵਾਲੀ ਸੀ, ਉਹਨੇ ਜਦੋਂ ਬਰੂਟਲੀ ਬੋਲਿਆ ਕੁਛ ਸਟੇਟ ਫਾਰਵਰਡ, ਅਚਾਨਕ ਲਾਈਟ ਔਨ ਹੋ ਗਈ, ਅਤੇ ਉਹਨੇ ਵੇਖਿਆ ਵੀ ਮੇਰਾ ਰਿਸ਼ਤੇ ਦੇ ਵਿੱਚ ਬ੍ਰਦਰ ਹੈ, ਅਤੇ ਉਹਨੇ ਗੱਲ ਕੀਤੀ ਵੀ ਭੈਣ ਜੀ ਤੁਸੀਂ ਤਾਂ ਮੇਰਾ ਬਹੁਤ ਜ਼ਿਆਦਾ ਇਨਸਲਟ ਕਰਨ ਲੱਗੀ ਸੀ। ਕਹਿਣ ਲੱਗੀ ਮੈਨੂੰ ਇਸ ਤਰ੍ਹਾਂ ਲੱਗਾ ਵੀ ਸ਼ਾਇਦ, ਕਿਉਂਕਿ ਘਰੋਂ ਅਸੀਂ ਲੜ ਕੇ ਆਏ ਸੀ, ਮੇਰੇ ਪਤੀ ਦਾ ਪੈਰ ਜਿਹੜਾ ਮੇਰੇ ਉੱਤੇ ਰੱਖਿਆ ਗਿਆ। ਕਹਿਣ ਤੋਂ ਮੁਰਾਦ ਕਈ ਵਾਰੀ ਅਸੀਂ ਆਪਣੇ ਭੈਣ ਭਰਾਵਾਂ ਦੇ ਵਿੱਚ ਵਿਚਰਦੇ ਹਾਂ, ਮਾਂ ਪਿਓ ਦੇ ਨਾਲ ਵਿਚਰਦੇ ਹਾਂ, ਜਾਂ ਜਿਨ੍ਹਾਂ ਨਾਲ ਸਾਡੀ ਜ਼ਿਆਦਾ ਲੰਮੀ ਜਾਣ ਪਛਾਣ ਹੁੰਦੀ ਹੈ, ਉਹਨਾਂ ਦੇ ਨਾਲ ਬੰਦੇ ਦਾ ਬਿਹੇਵ ਗੁੱਡ ਨਹੀਂ ਹੁੰਦਾ, ਉਹਨਾਂ ਨੂੰ ਗੁੱਸੇ ਨਾਲ ਬੰਦਾ ਬੋਲਦਾ। ਪਰ ਜਦੋਂ ਦੂਸਰਿਆਂ ਨਾਲ ਡੀਲਿੰਗ ਕਰਦਾ ਵੀ ਮੇਰਾ ਇੰਪ੍ਰੈਸ਼ਨ ਵਧੀਆ ਰਹੇ, ਪ੍ਰਭਾਵ ਵਧੀਆ ਰਹੇ, ਅਤੇ ਅਸਲ ਦੇ ਵਿੱਚ ਫਿਰ ਬੰਦਾ ਬੜਾ ਜਿਹੜਾ ਸ਼ਰੀਫ ਬਣ ਕੇ, ਉਹਦੀ ਵਰਡਿੰਗ ਵੀ ਕਈ ਵਾਰੀ ਸੁਧਰੀ ਹੁੰਦੀ ਹੈ, ਉਹਦਾ ਬਿਹੇਵ ਵੀ ਗੁੱਡ ਹੁੰਦਾ, ਅਤੇ ਉਹਦੇ 'ਚ ਉਹ ਗੁਣ ਲੱਗਦੇ ਨੇ। ਇਸ ਕਰਕੇ ਬਹੁਤੇ ਲੋਕਾਂ ਬਾਰੇ ਘਰਦਿਆਂ ਦੀ ਸ਼ਿਕਾਇਤ ਹੁੰਦੀ ਵੀ ਬਾਹਰ ਤਾਂ ਬਹੁਤ ਚੰਗਾ ਭਲਾ ਹੈ, ਅਤੇ ਅਸਲ ਦੇ ਵਿੱਚ ਘਰ ਦੇ ਵਿੱਚ ਜਿਹੜਾ ਠੀਕ ਨਹੀਂ। ਇਹ ਸਾਡੀਆਂ ਆਦਤਾਂ ਦਾ ਸਾਗਰ ਹੈ, ਜਿੱਥੋਂ ਅਸੀਂ ਪਾਰ ਉਤਰਨਾ ਹੁੰਦਾ।
ਜਿਹੜੀ ਬੰਦਾ ਲਗਾਤਾਰ ਬਣਾ ਲਏ। ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਦੋਂ ਜ਼ਿਕਰ ਕੀਤਾ ਨਾ, ਇਹ ਆਦਤ ਕਿਵੇਂ ਬਦਲੀ ਜਾ ਸਕਦੀ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਤੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ ਜਦੋਂ ਰੱਬ ਦੇ ਬਾਰੇ, ਤੇ ਹਜ਼ੂਰ ਕਹਿੰਦੇ ਨੇ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ ਮਿੱਠ ਬੋਲੜਾ, ਹੋਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ, ਕੋੜਾ ਬੋਲ ਨਾ ਜਾਣਾ ਪੂਰਨ ਭਗਵਾਨਾ, ਔਗਣ ਕੋ ਨਾ ਚਿਤਾਰੇ। ਇਹ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਕਿ ਅਸਲ ਦੇ ਵਿੱਚ ਸਾਡੀਆਂ ਆਦਤਾਂ ਦਾ ਸਾਗਰ ਹੈ, ਫਿਰ ਸਾਡੀ ਅਗਿਆਨਤਾ ਦਾ ਸਾਗਰ ਹੈ। ਅਗਿਆਨਤਾ ਦਾ ਵੀ ਸਾਗਰ ਬੜਾ ਔਖਾ ਹੈ ਤਰਨਾ। ਕਈ ਵਾਰੀ ਜ਼ਿਕਰ ਕੀਤਾ, ਜਿਵੇਂ ਮੰਨ ਲਓ ਨਾਮ ਸਿਮਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ, ਤੇ ਨਾਮ ਸਿਮਰਨ ਦੇ ਨਾਲ ਜੇ ਬੰਦੇ ਦਾ ਪ੍ਰੋਪਰ ਵਾਹ ਨਹੀਂ ਪਿਆ, ਤੇ ਜਿਹੜੀ ਕੁਝ ਵਰਡਿੰਗ ਇਹੋ ਜਿਹੀ ਹੈ, ਜਿਵੇਂ ਦਸਮ ਦਵਾਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ, ਜੇ ਇਹ ਕੀਵਰਡਸ ਨੂੰ ਬੰਦੇ ਨੇ ਸਮਝਿਆ ਨਹੀਂ, ਤੇ ਉਹ ਅੱਜ ਨਹੀਂ ਕੱਲ ਥੋੜ੍ਹੇ ਚਿਰ ਪ੍ਰੈਕਟਿਸ ਕਰਨ ਤੋਂ ਬਾਅਦ ਸਾਧਾਂ ਸੰਤਾਂ ਦੇ ਡੇਰਿਆਂ ਵਾਲੇ ਪਖੰਡੀਆਂ ਵੱਲ ਜ਼ਰੂਰ ਜਾਏਗਾ। ਜਿਵੇਂ ਅਸੀਂ ਬਹੁਤ ਲੋਕਾਂ ਵੱਲ ਇਹ ਗੱਲ ਕਰ ਰਹੇ ਹਾਂ, ਸਮਝਣ ਦਾ ਯਤਨ ਕਰ ਰਹੇ ਹਾਂ। ਕੋਈ ਬੰਦਾ ਪ੍ਰੇਮਾਨੰਦ ਦੇ ਕੋਲ ਜਾ ਰਿਹਾ, ਕੋਈ ਹੋਰ ਰਾਧਾ ਸੁਆਮੀਆਂ ਦੇ ਡੇਰੇ 'ਚ ਜਾ ਰਿਹਾ, ਕੋਈ ਆਸੂਤੋਸ਼ ਦੇ ਡੇਰੇ ਜਾ ਰਿਹਾ, ਕੋਈ ਸੌਦਾ ਸਾਧ ਦੀ ਨਾਮ ਚਰਚਾ ਦੇ ਵਿੱਚ ਫਸਿਆ ਹੋਇਆ, ਔਰ ਸਿੱਖੀ ਸਰੂਪ ਵਾਲੇ। ਇਹ ਅਗਿਆਨਤਾ ਦਾ ਸਾਗਰ ਹੈ। ਤੇ ਜਦੋਂ ਇੱਕ ਵਾਰੀ ਸਟੈਪ ਬੰਦਾ ਗਲਤ ਡੇਰੇ ਥਾਂ ਤੇ ਰੱਖ ਦਿੰਦਾ, ਫਿਰ ਇਹ ਸਾਗਰ ਦੇ ਵਿੱਚ ਹੋਰ ਡੁੱਬਦਾ ਰਹਿੰਦਾ। ਕੁਝ ਸਾਲਾਂ ਬਾਅਦ ਪਤਾ ਲੱਗਦਾ ਬੰਦੇ ਨੂੰ ਵੀ ਉਹ ਜਿਹਨੂੰ ਅਸੀਂ ਬੜਾ ਪਹੁੰਚਿਆ ਹੋਇਆ ਮਹਾਂਪੁਰਸ਼ ਸਮਝਦੇ ਸੀ, ਉਹਨਾਂ ਨੇ ਤੇ ਸਾਡੀ ਇੱਜ਼ਤ ਨੂੰ ਹੱਥ ਪਾ ਲਿਆ, ਉਹਨਾਂ ਨੇ ਤੇ ਸਾਨੂੰ ਇਕਨੋਮਿਕਲੀ ਲੁੱਟ ਲਿਆ ਹੈ, ਉਹਨਾਂ ਨੇ ਤੇ ਅਸਲ ਦੇ ਵਿੱਚ ਸਾਨੂੰ ਬਰਬਾਦ ਕਰ ਦਿੱਤਾ। ਅਸੀਂ ਨਾ ਲੋਕਾਂ ਦੇ ਸਾਹਮਣੇ ਉਹ ਸ਼ੇਅਰ ਕਰ ਸਕਦੇ ਹਾਂ ਵੀ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਹੈ। ਤੇ ਸਾਡਾ ਤੇ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਆਰਥਿਕ ਤੌਰ 'ਤੇ ਬੜਾ ਵੱਡਾ ਸ਼ੋਸ਼ਣ ਹੋਇਆ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅੱਜ ਜ਼ਿਕਰ ਕੀਤਾ ਵੀ ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਕਿਉਂਕਿ ਇਹ ਹੁਕਮਨਾਮਾ ਆਪਾਂ 3 ਵਾਰੀ ਇੱਥੇ ਵਿਚਾਰ ਕਰ ਲਈ ਇਸ 1 ਮਹੀਨੇ ਦੇ ਵਿੱਚ। ਇਸ ਕਰਕੇ ਅਗਿਆਨਤਾ ਦੇ ਵਿੱਚ ਜਿਹੜਾ ਸਾਗਰ ਹੈ ਨਾ, ਸਭ ਤੋਂ ਵੱਡਾ ਸਾਗਰ ਹੈ। ਜਿਸ ਫੀਲਡ ਦੇ ਵਿੱਚ ਬੰਦੇ ਨੂੰ ਗਿਆਨ ਨਹੀਂ ਹੁੰਦਾ, ਉਸ ਫੀਲਡ ਦੇ ਵਿੱਚ ਲੁੱਟਿਆ ਜਾਂਦਾ ਬੰਦਾ। ਤੁਸੀਂ ਵੇਖੋ ਆ ਪੰਜਾਬ ਤੋਂ ਕਈ ਸਾਲਾਂ ਤੋਂ ਬੜੇ ਮੈਂ ਛੋਟੀ ਐਗਜ਼ਾਮਪਲ ਜਿਹੜੀਆਂ ਸਾਡੇ ਜੀਵਨ ਨਾਲ ਵਾਪਰੀਆਂ, ਤੇ ਬੰਦੇ ਪੜ੍ਹਾਈ ਲਿਖਾਈ ਵੱਲ ਜ਼ਿਆਦਾ ਧਿਆਨ ਨਹੀਂ, ਤਵੱਜੋ ਨਹੀਂ ਦਿੰਦੇ। ਤੇ ਕੀ ਹੁੰਦਾ, ਜਦੋਂ ਬਾਹਰ ਵੀ ਆਉਣਾ ਹੁੰਦਾ ਨਾ ਕਿਧਰੇ, ਤੇ ਫਾਰਮ ਹੀ ਫਿਲ ਕਰਨੇ ਨੇ, ਤੇ ਫਾਰਮ ਫਿਲ ਕਰਨ ਦੇ 20-25 ਹਜ਼ਾਰ ਲੋਕ ਲੈ ਰਹੇ ਨੇ। ਹਾਲਾਂਕਿ ਕੰਮ ਤੇ 2-4 ਜਿਹੜਾ 15-20 ਮਿੰਟ ਦਾ ਜਾਂ ਕਈ ਵਾਰੀ ਘੰਟੇ ਦਾ ਹੁੰਦਾ, ਪਰ ਅਗਿਆਨਤਾ ਹੋਣ ਕਰਕੇ ਅਸਲ ਦੇ ਵਿੱਚ ਬੰਦੇ ਉੱਥੇ ਆਪਣੇ ਆਪ ਨੂੰ ਲੁੱਟਵਾ ਰਹੇ ਨੇ, ਪਰ ਗਿਆਨ ਹਾਸਲ ਕਰਨ ਲਈ ਤਿਆਰ ਨੇ। ਤੇ ਉਹ ਬੰਦੇ ਉਹ ਨੇ ਜਿਹੜੇ ਕਈ ਵਾਰੀ ਜਵਾਨ ਹੁੰਦੇ ਨੇ, ਤੇ ਘਰਾਂ ਦੇ ਵਿੱਚ ਜਾ ਕੇ ਵੇਖਿਆ ਜਾਏ ਖੇਤੀਬਾੜੀ ਦੇ ਨਾਲ ਰਿਲੇਟਡ ਥੋੜ੍ਹਾ ਜਿਹਾ 3-4 ਘੰਟੇ ਕੰਮ ਕਰਨ ਤੋਂ ਬਾਅਦ ਨਾ, ਉਹਨਾਂ ਦੇ 5-5, 7-7 ਘੰਟਿਆਂ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਹੀ ਨਿਕਲਦੇ ਨੇ। ਤੇ ਜੋ ਲੈਂਗੁਏਜ ਦੇ ਵਿੱਚ ਸਕਿੱਲ ਹਾਸਲ ਕਰ ਲੈਣ, ਮਿਹਨਤੀ ਹੋਣ ਦੀ ਆਦਤ ਪਾ ਲੈਣ, ਉਹ ਜੋ ਕੁਝ ਜ਼ਿੰਦਗੀ ਦੇ ਵਿੱਚ ਚਾਹੁੰਦੇ ਨੇ ਆਪ ਅਚੀਵ ਕਰਨ ਵਾਸਤੇ ਸੋਚਣ ਲੱਗ ਪੈਣ, ਤੇ ਉਹਨਾਂ ਨੂੰ ਛੋਟੇ-ਛੋਟੇ ਕੰਮਾਂ ਦੇ ਪੈਸੇ ਨਹੀਂ ਦੇਣੇ ਪੈਣਗੇ, ਰਿਸ਼ਵਤ ਨਹੀਂ ਦੇਣੀ ਪਏਗੀ, ਔਰ ਆਪਣੇ ਆਪ ਨੂੰ ਲੁੱਟਣ ਤੋਂ ਬਚਾ ਲੈਣਗੇ। ਅਗਿਆਨਤਾ ਐਡਾ ਵੱਡਾ ਸਾਗਰ ਹੁੰਦੀ ਫਿਰ ਇੱਥੇ ਆ ਕੇ ਵੀ ਜਿਹੜਾ ਸਾਰਾ ਕੁਝ ਜਿਹੜਾ ਵਾਪਰਦਾ। ਇਸ ਕਰਕੇ ਸਾਡੇ ਕੋਲ ਰੱਬ ਨੇ 24 ਘੰਟੇ ਦਿੱਤੇ ਹੋਏ ਨੇ। ਜੇ ਕਿਧਰੇ ਅਸੀਂ ਗਿਆਨ ਦੇ ਰਾਹ ਦੇ ਉੱਤੇ ਤੁਰਨ ਦੀ ਆਦਤ ਪਾ ਲਈਏ, ਅਸੀਂ ਬਹੁਤ ਸਾਰੇ ਜਿਹੜਾ ਸਮੁੰਦਰ ਸਾਨੂੰ ਲੱਗਦਾ ਹੈ ਨਾ, ਵੱਡੀਆਂ ਵੱਡੀਆਂ ਸਮੱਸਿਆਵਾਂ ਜੀਵਨ ਦੇ ਵਿੱਚ ਲੱਗਦੀਆਂ ਨੇ, ਉਹ ਜਿਹੜੀਆਂ ਸਰ ਕਰ ਸਕਦੇ ਹਾਂ। ਇਸੇ ਤਰ੍ਹਾਂ ਐਜੂਕੇਸ਼ਨ ਦੇ ਬੇਸ ਤੇ ਜਿਹੜੇ ਲੋਕ ਆ ਰਹੇ ਨੇ, ਆਪ ਜਿਹੜਾ ਸਾਰਾ ਕੁਝ ਕੀਤਾ ਜਾ ਸਕਦਾ। ਬਹੁਤ ਸਾਰੇ ਸਟੂਡੈਂਟ ਨੇ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਕਹਿੰਦੇ ਨੇ ਕੇਵਲ ਅਸੀਂ 2-3 ਲੱਖ ਦੇ ਨਾਲ ਆਪ ਕਾਲਜ ਦੇ ਨਾਲ ਕੰਟੈਕਟ ਕਰਕੇ ਜਿਹੜਾ ਅਸੀਂ ਸਟੱਡੀ ਦੇ ਬੇਸ ਤੇ ਆ ਗਏ ਹਾਂ। ਕਹਿਣ ਤੋਂ ਮੁਰਾਦ ਅਸਲ ਦੇ ਵਿੱਚ ਅਗਿਆਨਤਾ ਇੱਕ ਬੜਾ ਵੱਡਾ ਸਾਗਰ ਹੈ, ਔਰ ਜੇ ਇਕਨੋਮੀ ਦੀ ਨੌਲੇਜ ਨਹੀਂ ਹੋਏਗੀ,
ਉਧਰੋਂ ਬੰਦਾ ਲੁੱਟਿਆ ਜਾਏਗਾ। ਜੇ ਸਮਾਜ ਦੀ ਨਹੀਂ ਹੈ ਫਿਰ ਬੰਦਾ ਬੁਰਾਈਆਂ ਦੇ ਵਹਿਣ ਦੇ ਵਿੱਚ ਬਹਿ ਜਾਂਦਾ। ਜੇ ਧਰਮ ਦੀ ਨੌਲੇਜ ਨਹੀਂ ਤੇ ਆਰਗੇਨਾਈਜ਼ ਧਰਮ ਦੇ ਵਿੱਚ ਵੀ ਬਹੁਤ ਸਾਰੇ ਲੋਕ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਪਾ ਕੇ ਬੰਦੇ ਨੂੰ ਲੁੱਟਣ ਵਾਸਤੇ ਬੈਠੇ ਹੋਏ ਨੇ। ਇਸ ਕਰਕੇ ਇਹ ਸਾਗਰ ਹੈ ਇੱਕ ਅਗਿਆਨਤਾ ਦਾ ਔਰ ਮਲਟਾਈ ਡਾਈਮੈਂਸ਼ਨਲ ਸਾਗਰ ਹੈ। ਜੀਵਨ ਦੇ ਹਰ ਫੀਲਡ ਦੇ ਵਿੱਚ ਇਸ ਸਾਗਰ ਤੋਂ ਤਰਨਾ ਹੈ। ਤੇ ਜੋ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ, ਸਾਨੂੰ ਐਜੂਕੇਸ਼ਨ ਦੇ ਲਈ ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ, ਗਿਆਨ ਦੇ ਨਾਲ ਸਾਨੂੰ ਦਾ ਨਾਤਾ ਜੋੜਿਆ। ਉਹਦੇ ਰਾਹੀਂ ਗੁਰੂ ਸਾਹਿਬ ਦਾ ਇੱਕ ਇੱਕ ਬਚਨ ਜਿਹੜਾ ਕਮਾ ਕੇ ਅਸੀਂ ਉਸ ਸਾਗਰ ਨੂੰ ਤਰ ਸਕਨੇ ਹਾਂ। ਫਿਰ ਬੰਦੇ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਸਾਗਰ ਹੈ, ਹਜ਼ੂਰ ਅੱਜ ਜ਼ਿਕਰ ਕਰ ਰਹੇ ਨੇ ਕਿ ਸੰਤੋ ਸਾਗਰ ਪਾਰ ਉਤਰਿਆ। ਹੇ ਸੰਤ ਜਨੋ, ਗੁਰੂ ਦੇ ਦਰ ਤੇ ਆਉਣ ਵਾਲਿਓ, ਇਸ ਸਾਗਰ ਨੂੰ ਅਸੀਂ ਪਾਰ ਕਰ ਸਕਦੇ ਹਾਂ। ਪਰ ਜੇ ਕੋ ਬਚਨ ਕਮਾਵੈ ਸੰਤਨ ਕਾ, ਜੇ ਕੋਈ ਬੰਦਾ ਸੰਤਾਂ ਦਾ ਵਚਨ, ਇੱਥੇ ਸੰਤਨ ਜਿਹੜਾ ਨਾ ਦੁਨੀਆ ਦੇ ਅੰਦਰ ਜਿਹੜਾ ਸੰਤਗਿਰੀ ਦੇ ਨਾਂ ਤੇ ਬਹੁਤ ਵੱਡਾ ਪਖੰਡ ਹੈ। ਤੇ ਆਮ ਕਰਕੇ ਗੁਰੂ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਵੀ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਨਾ ਆਮ ਬੰਦਾ ਤੇ ਪਹਿਚਾਨ ਨਹੀਂ ਸਕਦਾ। ਤੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੋਈ ਹੈ। ਸਾਨੂੰ ਸਾਰੇ ਸੰਤ ਇੱਕੋ ਪਲੇਟਫਾਰਮ ਦੇ ਉੱਤੇ ਬਖਸ਼ਿਸ਼ ਕੀਤੇ ਨੇ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਆ ਤੇ ਇਹਦੇ 'ਚ ਜਿਹੜੇ 15 ਭਗਤਾਂ ਦੀ ਬਾਣੀ ਉਹ ਸਾਰੇ ਸੰਤ ਨੇ, ਜਿਹੜੇ 11 ਭੱਟਾਂ ਦੀ ਬਾਣੀ ਉਹ ਸੰਤ ਨੇ, 6 ਗੁਰੂ ਸਾਹਿਬਾਨ ਦੀ ਗੁਰਸਿੱਖਾਂ ਦੀ ਬਾਣੀ ਹੈ, ਉਹ ਸਾਰੇ ਸੰਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ। ਤੇ ਜਦੋਂ ਇਹਨਾਂ ਦਾ ਬਚਨ ਕਮਾ ਲਵਾਂਗੇ, ਅੱਜ ਗੁਰੂ ਸਾਹਿਬ ਜੀ ਦਾ ਜਿਹੜਾ ਬਚਨ ਕਮਾਉਣ ਦਾ ਮਤਲਬ ਹੈ, ਪਹਿਲੀ ਗੱਲ ਤੇ ਬਚਨਾਂ ਨੂੰ ਸਮਝਣਾ। ਸਾਧ ਸੰਗਤ, ਅਸਲ ਦੇ ਵਿੱਚ ਸਾਨੂੰ ਨਿੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕਰਨ ਦੀ ਬੜੀ ਲੋੜ ਹੈ। ਇਹਦੇ ਵਿੱਚ ਇਹ ਸਮਝਣ ਦੀ ਲੋੜ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਰੱਬ ਕਿਹਨੂੰ ਕਿਹਾ ਗਿਆ। ਰੱਬ ਦੀ ਗੱਲ ਸਾਰੇ ਕਰ ਰਹੇ ਨੇ। ਆ ਥੋੜ੍ਹੇ ਦਿਨ ਪਹਿਲਾਂ ਨਾ ਕਾਫੀ ਜਿਹੜੇ ਸਿੱਖ ਨੇ ਪ੍ਰੇਮਾਨੰਦ ਜਾ ਰਹੇ ਨੇ ਤੇ ਦਾਸ ਨੇ ਕੋਈ ਗੱਲ ਕੀਤੀ ਤੇ ਮੈਨੂੰ ਇੱਕ ਸੁਨੇਹਾ ਆਇਆ ਵੀ ਆਮ ਬੰਦਾ ਜੇ ਕਿਸੇ ਇੱਕ ਧਰਮ ਦਾ ਸੰਤ ਜਾਂ ਚੰਗਾ ਬੰਦਾ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੈ, ਉਹ ਦੂਸਰੇ ਬੰਦੇ ਨੂੰ ਮਿਲਣ ਵਾਸਤੇ ਗਿਆ ਹੈ ਤੇ ਤੁਸੀਂ ਕਿਉਂ YouTube ਦੇ ਉੱਤੇ ਜਾਂ ਇਹ ਬੋਲ ਕੇ ਪਾ ਰਹੇ ਹੋ ਵੀ ਸਾਨੂੰ ਉਹ ਸੰਤਾਂ ਦੇ ਕੋਲ ਨਹੀਂ ਜਾਣਾ ਚਾਹੀਦਾ, ਉਹ ਦੂਸਰੇ ਧਰਮ ਦੇ ਸੰਤ ਨੇ। ਇੱਕ ਰੱਬ ਦਾ ਪਿਆਰਾ ਦੂਜੇ ਰੱਬ ਦੇ ਪਿਆਰੇ ਨੂੰ ਮਿਲ ਰਿਹਾ ਹੈ। ਅਸਲ ਦੇ ਵਿੱਚ ਉਹਦਾ ਕਾਰਨ ਇਹ ਹੈ ਕਿ ਰੱਬ ਦਾ ਜਿਹੜਾ ਕਨਸੈਪਟ ਹੈ ਨਾ, ਉਹ ਸਿੱਖੀਜ਼ਮ ਦੇ ਵਿੱਚ ਬਿਲਕੁਲ ਵੱਖਰਾ ਹੈ। ਜਿਹੜਾ ਦੂਸਰੇ ਧਰਮਾਂ ਦੇ ਵਿੱਚ ਕੋਈ ਕ੍ਰਿਸ਼ਨ ਨੂੰ ਗੋਡ ਕਹਿ ਰਿਹਾ, ਉਹ ਜਿਹੜਾ ਅਸਲ ਦੇ ਵਿੱਚ ਮਹਾਂਪੁਰਸ਼ ਹੈ, ਜਿਹਨੂੰ ਮਹਾਂਪੁਰਸ਼ ਮੰਨਦੇ ਨੇ, ਜਿਹੜਾ ਉਹ ਸਿੱਖੀਜ਼ਮ ਦੇ ਮੁਤਾਬਕ ਜਿਹੜਾ ਰੱਬ ਹੈ, ਉਹ ਅਸਲ ਦੇ ਵਿੱਚ ਉਹ ਰੱਬ ਦਾ ਪੁਜਾਰੀ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਦੋਂ ਕ੍ਰਿਸ਼ਨ ਜੀ ਦੀ ਗੱਲ ਕੀਤੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਵੀ ਰੱਬ ਇਸ ਤਰ੍ਹਾਂ ਕਰ ਸਕਦਾ ਵੀ ਧਰਤੀ ਤੇ ਆ ਕੇ ਗੋਪੀਆਂ ਦੇ ਨਾਲ ਖੇਡੇ, ਰਾਸ ਲੀਲਾ ਜਿਹਨੂੰ ਕਿਹਾ ਜਾਂਦਾ ਹੈ। ਤੇ ਜੇ ਰੱਬ ਆਪ ਹੀ ਇਸ ਤਰ੍ਹਾਂ ਕਰਨ ਲੱਗ ਜਾਏ, ਲੋਕਾਂ ਦੀਆਂ ਧੀਆਂ ਭੈਣਾਂ ਦੇ ਪ੍ਰਤੀ ਇਹ ਨਜ਼ਰੀਆ ਰੱਖੇ, ਤੇ ਕੀ ਇਹ ਅਸਲ ਦੇ ਵਿੱਚ ਰੱਬ ਦਾ ਕਰੈਕਟਰ ਹੈ? ਇਹ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਸਾਨੂੰ ਸੰਦੇਸ਼ ਦਿੱਤਾ। ਕਿਉਂਕਿ ਸਾਡਾ ਜਿਹੜਾ ਅਕਾਲ ਪੁਰਖ ਦਾ ਕਨਸੈਪਟ, ਉਹ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਸਗਲ ਥੀਤ ਪਾਸਦਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਭੂਲੇ ਨਰ ਕਰਤ ਕਚਰਾਇਨ, ਜਨਮ ਮਰਨ ਤੇ ਰਹਿਤ ਨਰਾਇਣ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਵੀ ਤੁਸੀਂ ਕਹਿੰਦੇ ਹੋ ਜਨਮ ਅਸ਼ਟਮੀ ਵਾਲੇ ਦਿਨ ਕ੍ਰਿਸ਼ਨ ਜੀ ਪੈਦਾ ਹੋਏ ਸਨ, ਵੀ ਰੱਬ ਜੰਮਿਆ ਸੀ। ਤੇ ਇਹ ਦੱਸੋ ਵੀ ਬਾਕੀ ਡੇਟਾਂ ਜਿਹੜੀਆਂ ਉਸ ਤੋਂ ਪਹਿਲਾਂ ਰੱਬ ਨਹੀਂ ਸੀ ਧਰਤੀ ਦੇ ਉੱਤੇ, ਜਾਂ ਉਹਨੇ ਇੱਕ ਡੇਟ ਜਿਹੜੀ ਪਸੰਦ ਕਿਉਂ ਕੀਤੀ ਅਸਲ ਦੇ ਵਿੱਚ? ਤੇ ਉਹ ਦੂਸਰੀਆਂ ਜਿਹੜੀਆਂ ਤਰੀਕਾਂ ਤੇ ਰੱਬ ਜਿਹੜਾ ਗੁਰੂ ਸਾਹਿਬ ਜੀ ਨੇ ਇਹ ਐਗਜ਼ਾਮਪਲ ਦੇ ਕੇ ਵੀ ਭਰਮ ਦੇ ਵਿੱਚ ਭੁੱਲੇ ਹੋਏ ਬੰਦੇ ਕੱਚੀਆਂ ਗੱਲਾਂ ਕਰਦੇ ਨੇ ਵੀ ਰੱਬ 8 ਤਰੀਕ ਜੰਮਿਆ ਸੀ। ਇਹਦਾ ਮਤਲਬ ਸ੍ਰਿਸ਼ਟੀ ਪਹਿਲਾਂ ਠੀਕ ਸੀ, ਚੱਲ ਹੀ ਰਹੀ ਸੀ, ਰੱਬ ਤੋਂ ਬਿਨਾਂ ਹੀ
ਇਸ ਧਰਤੀ ਦੇ ਉੱਤੇ ਸਾਰਾ ਕੁਝ ਹੋ ਰਿਹਾ ਸੀ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹੋ ਜਿਹੀਆਂ ਐਗਜ਼ੈਂਪਲਸ ਦੇ ਕੇ ਸਾਬਤ ਕੀਤਾ ਵੀ ਉਹ ਜਿਹੜਾ ਰੱਬ ਦਾ ਰੂਪ ਨਹੀਂ ਹੋ ਸਕਦਾ। ਜਿਹੜਾ ਬੰਦਾ ਵਹਿਮਾਂ ਭਰਮਾਂ ਦੇ ਵਿੱਚ ਫਸਿਆ ਹੋਇਆ, ਉਹਨਾਂ ਦਾ ਰੱਬ ਹੀ ਜਿਹੜਾ ਵੱਖਰਾ ਹੈ। ਹਾਂ, ਹਿਊਮਨ ਬੀਇੰਗ ਤੌਰ 'ਤੇ ਉਹ ਬੰਦਾ ਕੁਝ ਚੰਗੀਆਂ ਗੱਲਾਂ ਕਰ ਸਕਦਾ ਹੈ। ਅਤੇ ਅਸਲ ਦੇ ਵਿੱਚ ਇਸ ਕਰਕੇ ਰੱਬ ਦਾ ਜੇ ਕਨਸੈਪਟ ਹੀ ਅਸੀਂ ਸਮਝਣ ਲਈ ਤਿਆਰ ਨਹੀਂ, ਫਿਰ ਸਾਨੂੰ ਇਸ ਤਰ੍ਹਾਂ ਲੱਗੇਗਾ ਵੀ ਦੂਜੇ ਧਰਮਾਂ ਵਾਲੇ ਵੀ ਜਿਹੜੀ ਰੱਬ ਦੀ ਗੱਲ ਕਰਦੇ ਨੇ ਉਹ ਵੀ ਅਸਲ ਦੇ ਵਿੱਚ ਗੁਰਮਤ ਹੈ। ਗੁਰਮਤ ਦਾ ਜਿਹੜਾ ਰੱਬ ਦਾ ਕਨਸੈਪਟ ਟੋਟਲੀ ਵੱਖਰਾ ਹੈ। ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ, ਗੁਰੂ ਸਾਹਿਬ ਜੀ ਕਹਿੰਦੇ ਨੇ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਦੂਸਰੇ ਮਜ਼ਹਬਾਂ ਦੇ ਵਿੱਚ ਰੱਬ ਨੂੰ ਸਰਬ ਸ਼ਕਤੀਮਾਨ ਵੀ ਨਹੀਂ ਮੰਨਿਆ ਗਿਆ ਕਈ ਹਾਲਤਾਂ ਦੇ ਵਿੱਚ, ਕਿਉਂਕਿ ਜਿਵੇਂ ਇੱਕ ਫੈਕਟਰੀ ਦਾ ਮਾਲਕ ਹੁੰਦਾ ਨਾ, ਸਾਰੇ ਕੰਮ ਆਪ ਨਹੀਂ ਕਰਦਾ, ਉਹਨੇ ਵੱਖ-ਵੱਖ ਮਹਿਕਮੇ ਜਿਹੜੇ ਰੱਖੇ ਹੁੰਦੇ ਨੇ। ਇਸੇ ਤਰ੍ਹਾਂ ਮੰਨ ਲਿਆ ਗਿਆ ਵੀ ਪਾਲਣ ਜਿਹੜਾ ਪੈਦਾ ਕਰਨ ਦਾ ਕੰਮ ਬ੍ਰਹਮਾ ਜੀ ਦਾ ਹੈ, ਪਾਲਣ ਦਾ ਵਿਸ਼ਨੂੰ ਜੀ ਦਾ ਹੈ, ਇਸੇ ਤਰ੍ਹਾਂ ਖਤਮ ਕਰਨ ਦਾ ਸ਼ਿਵ ਜੀ ਦਾ ਹੈ। ਇਸੇ ਤਰ੍ਹਾਂ ਜੇ ਕਿਸੇ ਨੂੰ ਮੀਂਹ ਚਾਹੀਦਾ ਹੈ, ਇੰਦਰ ਦੇਵਤੇ ਦੇ ਕੋਲ ਜਾਣਾ ਚਾਹੀਦਾ ਹੈ। ਜੇ ਪੈਸਾ ਚਾਹੀਦਾ ਹੈ, ਲక్ష్ਮੀ ਦੀ ਆਰਾਧਨਾ ਲੋਕ ਕਰਦੇ ਨੇ। ਜਿਵੇਂ ਇੱਕ ਫੈਕਟਰੀ ਦਾ ਮਾਲਕ, ਉਹਨੇ ਕਈ ਮਹਿਕਮੇ ਜਿਹੜੇ ਰੱਖੇ ਹੁੰਦੇ ਨੇ, ਵੱਖ-ਵੱਖ ਕੰਮ ਵੱਖ-ਵੱਖ ਬੰਦਿਆਂ ਨੂੰ ਸੌਂਪਿਆ ਹੁੰਦਾ ਹੈ। ਇਸ ਤਰ੍ਹਾਂ ਮੰਨ ਲਿਆ ਗਿਆ ਵੀ ਜਿਹੜਾ ਰੱਬ ਵੀ ਉਹ ਸਾਰੇ ਕੰਮ ਆਪ ਨਹੀਂ ਕਰਦਾ, ਉਹਨੇ ਵੱਖ-ਵੱਖ ਮਹਿਕਮੇ ਰੱਖੇ ਨੇ। ਇਹਦਾ ਮਤਲਬ ਰੱਬ ਦਾ ਕਨਸੈਪਟ ਜਿਹੜਾ ਸਿੱਖੀਜ਼ਮ ਦੇ ਵਿੱਚ ਉਹ ਟੋਟਲੀ ਡਿਫਰੈਂਟ ਹੈ। ਇਸ ਕਰਕੇ ਆਤਮਾ ਦਾ ਕਨਸੈਪਟ, ਆਤਮਾ ਤੇ ਪਰਮਾਤਮਾ ਦਾ ਮਿਲਾਪ, ਮਾਨਸਿਕਤਾ ਕਿਵੇਂ ਉੱਚੀ ਚੁੱਕਣੀ, ਸਾਨੂੰ ਅਸੀਂ ਮੈਡੀਟੇਸ਼ਨ ਜਿਹਨੂੰ ਕਹਿ ਰਹੇ ਹਾਂ, ਅਸਲ ਦੇ ਵਿੱਚ ਨਾਮ ਸਿਮਰਨ ਕਿਵੇਂ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਦੀ ਡੀਪਲੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਸਿੱਖ ਨੂੰ ਜਾਣਕਾਰੀ ਨਹੀਂ ਹੋਏਗੀ, ਉਹ ਅਸਲ ਦੇ ਵਿੱਚ ਵਹਿਮੀ ਭਰਮੀ ਪਖੰਡੀ ਲੋਕਾਂ ਕੋਲ ਫਸੇਗਾ ਹੀ ਫਸੇਗਾ, ਭਾਵੇਂ ਅੱਜ ਫਸੇ, ਨਹੀਂ ਤਾਂ ਉਹਦੇ ਅੰਦਰ ਡਾਊਟ ਬਣਿਆ ਰਹੇਗਾ ਅਸਲ ਦੇ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਇਹ ਸਾਰੀਆਂ ਪ੍ਰੋਬਲਮ ਦਾ ਸੋਲਿਊਸ਼ਨ ਜਿਹੜੀਆਂ ਸਾਡੇ ਸਾਹਮਣੇ ਸਾਗਰ ਦੀ ਤਰ੍ਹਾਂ ਨੇ, ਉਹਨਾਂ ਦਾ ਸੋਲਿਊਸ਼ਨ ਦੱਸ ਰਹੇ ਨੇ ਕਿ ਗੁਰਪ੍ਰਸਾਦੀ ਤਰੀਆ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਮਝਣਾ ਪਏਗਾ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀਆ। ਉਹੀ ਅਸਲ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਤਰੇਗਾ। ਹਜ਼ੂਰ ਨੇ ਆਰੰਭਤਾ ਕੀਤੀ ਹੈ ਕਰਮ ਧਰਮ ਪਾਖੰਡ ਜੋ ਦਿਸਾਂ। ਇੱਕ ਤਾਂ ਕਰਮ, ਧਰਮ ਦੇ ਰਿਚੁਅਲਸ, ਕਰਮਕਾਂਡ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਦੇ ਵਿੱਚ ਬਹੁਤ ਸਾਰੇ ਕਰਮਕਾਂਡ ਆ ਜਾਂਦੇ ਨੇ। ਹਰ ਮਜ਼ਹਬ ਦੇ ਆਪਣੇ ਆਪਣੇ ਰਿਚੁਅਲਸ ਨੇ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਧਰਮ ਦੇ ਨਾਂ 'ਤੇ ਕੀਤੇ ਹੋਏ ਪਾਖੰਡ। ਪਾਖੰਡ ਵੈਸੇ ਹਿਪੋਕ੍ਰੇਸੀ ਨੂੰ ਵੀ ਕਹਿੰਦੇ ਨੇ, ਵੀ ਜਿਹੜਾ ਬੰਦਾ ਅੰਦਰੋਂ ਕੁਝ ਹੋਰ ਹੋਵੇ, ਉਹਨੇ ਇੱਕ ਸਟੈਂਡਰਡ ਮਿਥਿਆ, ਬਾਹਰੋਂ ਕੁਝ ਹੋਰ ਹੋਵੇ, ਬਾਹਰੋਂ ਬਣ ਕੇ ਕੁਝ ਹੋਰ ਦਿਖਾਏ ਵੀ ਆਪਾਂ ਸਿੱਖ ਹਾਂ, ਅਤੇ ਅੰਦਰੋਂ ਅਸਲ ਦੇ ਵਿੱਚ ਜੁੜਿਆ ਨਾ ਹੋਵੇ। ਕਈ ਵਾਰੀ ਇਸ ਤਰ੍ਹਾਂ ਜਿਹੜਾ ਵਾਪਰਦਾ ਹੈ। ਅਤੇ ਗੁਰੂ ਸਾਹਿਬ ਜੀ ਨੇ ਉਹਨੂੰ ਪਖੰਡ ਕਿਹਾ। ਇਸ ਕਰਕੇ ਕਈ ਵਾਰੀ ਇਹਦੇ ਜਿਹੜੇ ਅਰਥ ਹੋਰ ਵੀ ਕੁਝ ਵਿਦਵਾਨਾਂ ਨੇ ਕੀਤੇ ਨੇ। ਪਾਖੰਡ ਜਿਵੇਂ ਚੀਜ਼ਾਂ ਖੰਡਿਤ ਕਰ ਦੇਣੀਆਂ, ਖਾਸ ਕਰਕੇ ਜਿਵੇਂ ਉਹਦਾ ਇੱਕ ਪਾਰਟ ਕਰ ਲੈਣਾ ਜੀਵਨ ਦੇ ਵਿੱਚ, ਦੂਸਰਾ ਪਾਰਟ ਨਾ ਕਰਨਾ। ਜਿਵੇਂ ਅਸੀਂ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ, ਪਰ ਬਾਣੀ ਪੜ੍ਹਦਿਆਂ ਹੋਇਆਂ ਜਿਹੜੇ ਬਾਣੀ ਤੋਂ ਉਲਟ ਕੰਮ ਨੇ ਉਹ ਵੀ ਬੰਦਾ ਜੀਵਨ ਦੇ ਵਿੱਚ ਕਰੀ ਜਾਏ, ਅਤੇ ਇਹਦਾ ਮਤਲਬ ਇੱਕ ਪਾਠ ਤੇ ਕਰ ਲਿਆ ਵੀ ਪਾਠ ਕਰਨਾ ਚੰਗੀ ਗੱਲ ਹੈ, ਪਰ ਪਾਠ ਨੂੰ ਕਰਕੇ ਜੋ ਉਹਦੇ 'ਚ ਇਨਫੋਰਮੇਸ਼ਨ ਸੀ ਉਹਦੇ 'ਚੋਂ ਅਸੀਂ ਪੜ੍ਹਦੇ ਹਾਂ ਵੀ ਸੱਚ ਬੋਲਣਾ ਚਾਹੀਦਾ ਹੈ। ਪਰ ਬੰਦਾ ਜਿਹੜਾ ਇੱਕ ਪਾਰਟ ਤੇ ਕਰ ਲੈਂਦਾ ਵੀ ਬਾਣੀ ਪੜ੍ਹ ਲਈ ਵੀ ਸੱਚ ਬੋਲਣਾ ਚਾਹੀਦਾ, ਇਹ ਪੜ੍ਹ ਲਿਆ ਬਾਣੀ ਦੇ ਵਿੱਚ, ਦੂਸਰਾ ਪਾਰਟ ਨਹੀਂ ਕੀਤਾ। ਜਦੋਂ ਅਸੀਂ ਪ੍ਰੈਕਟੀਕਲੀ ਝੂਠ ਬੋਲਿਆ, ਇਹਦਾ ਮਤਲਬ ਦੂਸਰਾ ਪਾਰਟ ਅਸੀਂ ਨਹੀਂ ਕੀਤਾ। ਇਹਦਾ ਮਤਲਬ ਅਸਲ ਦੇ ਵਿੱਚ ਇਸ ਤਰ੍ਹਾਂ ਜਿਹੜਾ ਵਾਪਰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਬਾਣੀ ਦੇ ਅੰਦਰ, ਪਾਖੰਡ ਹਿਪੋਕ੍ਰੇਸੀ ਦੇ ਕਾਰਨ ਹੋਰ ਹੁੰਦੇ ਨੇ। ਜਦੋਂ ਬੰਦਾ ਬਾਹਰੋਂ ਹੋਰ ਹੋਵੇ, ਅੰਦਰੋਂ ਹੋਰ ਹੋਵੇ, ਕਈ ਵਾਰੀ ਸਾਡੇ ਨਾ ਬਲੀਵਸ ਹੋਰ, ਇਹਨੂੰ ਨਾ ਮਨੋਵਿਗਿਆਨ ਦੀ ਬੋਲੀ ਦੇ ਵਿੱਚ ਕੋਗਨੇਟਿਵ ਡਿਜ਼ੋਨੈਂਸ ਕਹਿੰਦੇ ਨੇ, ਵੀ ਬੰਦਾ ਕਹਿੰਦਾ ਕੁਝ ਹੋਰ ਹੋਵੇ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਕੋਈ ਬੰਦਾ ਕਹਿੰਦਾ ਜੀ ਨਸ਼ੇ ਨਹੀਂ ਕਰਨੇ ਚਾਹੀਦੇ, ਨਸ਼ੇ ਬੜੀ ਮਾੜੀ ਗੱਲ ਹੈ, ਪਰ ਆਪ ਉਹ ਕਰਦਾ ਹੋਵੇ, ਉਹਨੇ ਜੋ ਕੁਝ ਕਿਹਾ ਜਾਂ ਉਹ ਬਲੀਵ ਕਰਦਾ, ਜਾਂ ਉਹਦਾ ਜਿਹੜਾ ਅਸਲ ਦੇ ਵਿੱਚ ਵੈਲਿਊ ਸਿਸਟਮ ਹੈ ਉਹ ਬੰਦੇ ਨੂੰ ਅਲਾਓ ਨਹੀਂ ਕਰਦਾ, ਪਰ ਜਦੋਂ ਉਹਦੇ ਸਾਹਮਣੇ ਨਸ਼ਾ ਆਉਂਦਾ ਤੇ ਉਹ ਅਸਲ ਦੇ ਵਿੱਚ ਨਸ਼ਾ ਜੀਵਨ ਦੇ ਵਿੱਚ ਕਰ ਲੈਂਦਾ।
ਇਸੇ ਤਰ੍ਹਾਂ ਕੋਈ ਬੰਦਾ ਕਹੇ ਵੀ ਵਾਤਾਵਰਨ ਨੂੰ ਸੇਵ ਕਰਨਾ ਚਾਹੀਦਾ ਤੇ ਅਸਲ ਦੇ ਵਿੱਚ ਪਰ ਆਪ ਉਸ ਤੋਂ ਬਿਲਕੁਲ ਉਲਟ ਗੱਲਾਂ ਜਿਹੜੀਆਂ ਜੀਵਨ ਦੇ ਵਿੱਚ ਕਰ ਰਿਹਾ ਹੋਵੇ। ਇਸੇ ਤਰ੍ਹਾਂ ਕੋਈ ਬੰਦਾ ਜਦੋਂ ਕੁਝ ਸਮਾਂ ਪਹਿਲਾਂ ਨਾ ਇੱਕ ਗੁਰਦੁਆਰਾ ਦੇ ਵਿੱਚ ਜਿਹੜਾ ਗੁਰੂ ਘਰ ਦੇ ਵਿੱਚ ਗੋਰੇ ਲੋਕ ਆਏ ਤੇ ਮੇਰੀ ਜੇ ਉਹਨਾਂ ਨੂੰ ਐਡਰੈਸ ਕਰ ਰਿਹਾ ਸਾਂ ਤੇ ਉਹਨਾਂ ਨੂੰ ਕਿਹਾ, ਜਦੋਂ ਮਾਸ ਦੀ ਗੱਲ ਚੱਲੀ ਤੇ ਕੁਝ ਜਿਹੜੇ ਸਿੰਘ ਸਨ ਉੱਥੇ ਕਹਿਣ ਲੱਗੇ ਜੀ ਬਿਲਕੁਲ ਟੋਟਲੀ ਪ੍ਰੋਹਿਬਿਟਡ ਹੈ ਸਿੱਖੀਜ਼ਮ ਦੇ ਵਿੱਚ, ਕਿਉਂਕਿ ਵੱਖ-ਵੱਖ ਬਲੀਵ ਨੇ ਤੇ ਕੁਝ ਲੋਕ ਉਹਨੂੰ ਪ੍ਰੋਹਿਬਿਟਡ ਨਹੀਂ ਸਮਝਦੇ। ਸਿੱਖੀਜ਼ਮ ਦੇ ਵਿੱਚ ਵੀ ਇਹੋ ਜਿਹੇ ਲੋਕ ਹੈ ਨੇ, ਸੰਪਰਦਾਵਾਂ ਹੈ ਨੇ। ਤੇ ਉਹਨਾਂ ਨੇ ਕਿਹਾ ਵੀ ਫਿਰ ਤੁਹਾਡੇ ਅੰਦਰ ਜਿਹੜੀ ਪ੍ਰੋਟੀਨ ਦੀ ਡੈਫੀਸ਼ੀਐਂਸੀ ਨਹੀਂ ਹੁੰਦੀ। ਉਹਨਾਂ ਨੇ ਜਿਹੜਾ ਸਵਾਲ ਸੀ ਉਹਨਾਂ ਦਾ, ਕਿਉਂਕਿ ਉਹਨਾਂ ਦੇ ਵਿੱਚ ਕੁਐਸਚਨ ਇੰਕਿਊਜ਼ਿਟਿਵ ਬਿਰਤੀ ਜ਼ਿਆਦਾ। ਤੇ ਮੈਂ ਕਿਹਾ ਵੀ ਅਸਲ ਦੇ ਵਿੱਚ ਕਾਰਨ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਉਹਨਾਂ ਦੇ ਵਿੱਚ ਬਿਲਕੁਲ ਨਹੀਂ ਹੁੰਦੇ। ਕਿ ਉਹਦਾ ਕਾਰਨ ਹੈ ਉਹ ਕਹਿ ਰਹੇ ਹੁੰਦੇ ਨੇ ਨਹੀਂ ਖਾਣਾ ਚਾਹੀਦਾ, ਪਰ ਕੋਗਨੀਟਿਵ ਡਿਸੋਨੈਂਸ ਹੋਣ ਕਰਕੇ ਆਪ ਖਾਂਦੇ ਹੁੰਦੇ ਨੇ ਘਰਾਂ ਦੇ ਵਿੱਚ। ਇਸ ਕਰਕੇ ਇਹੋ ਜਿਹੀ ਪ੍ਰੋਬਲਮ ਨਹੀਂ ਹੁੰਦੀ ਵੀ, ਕਿਉਂਕਿ ਬੰਦਾ ਅੱਜ ਧਰਮ ਦੇ ਨਾਂ 'ਤੇ ਨਾ ਹਰ ਫੀਲਡ ਦੇ ਵਿੱਚ ਜੋ ਕਹਿੰਦਾ ਉਹ ਕਰਦਾ ਨਹੀਂ ਹੈ। ਇਹਨੂੰ ਕਹਿੰਦੇ ਨੇ ਪਖੰਡ, ਜਿਹੜਾ ਅਸਲ ਦੇ ਵਿੱਚ ਜੀਵਨ ਦੇ ਵਿੱਚ ਹਿਪੋਕ੍ਰੇਸੀ ਹੈ। ਔਰ ਇਹੀ ਕਾਰਨ ਹੈ ਕਿ ਔਰ ਪਖੰਡ ਸਾਰੇ ਮਜ਼ਹਬਾਂ ਦੇ ਵਿੱਚ ਵੱਧਦਾ ਜਾ ਰਿਹਾ। ਬੰਦਾ ਅੰਦਰੋਂ ਹੋਰ ਹੈ, ਕਰੇ ਦੁਕਰਮ ਦਿਖਾਵਾ ਹੋਰ, ਕਰਦਾ ਅੰਦਰੋਂ ਦੁਸ਼ਕਰਮ ਹੈ ਤੇ ਦਿਖਾ ਰਿਹਾ ਪ੍ਰਟੈਂਡ ਕਰਕੇ ਵੀ ਇਹ ਮੈਂ ਗੁੱਡ ਹਾਂ। ਤੇ ਗੁਰੂ ਸਾਹਿਬ ਜੀ ਜ਼ਿਕਰ ਕਰ ਰਹੇ ਨੇ ਰਾਮ ਕੀ ਦਰਗਾਹ ਹੈ ਬਾਂਦਾ ਚੋਰ, ਵੀ ਰੱਬ ਦੀ ਦਰਗਾਹ ਦੇ ਵਿੱਚ ਉਹ ਚੋਰਾਂ ਦੀ ਤਰ੍ਹਾਂ ਹੈ। ਅਸਲ ਦੇ ਵਿੱਚ ਬੰਦਾ ਅੰਦਰੋਂ ਬਾਹਰੋਂ ਇੱਕ ਨਹੀਂ ਹੈ। ਔਰ ਹਰ ਟੌਪਿਕ ਦੇ ਉੱਤੇ ਇਸ ਤਰ੍ਹਾਂ ਜਿਹੜਾ ਵਾਪਰਦਾ ਹੈ। ਤੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਵੀ ਅਸਲ ਦੇ ਵਿੱਚ ਜਮ ਜਾਗਾਤੀ, ਜਾਗਾਤੀ ਦਾ ਮਤਲਬ ਹੈ ਟੈਕਸ ਲਾਉਣ ਵਾਲਾ, ਮਸੂਲੀਆ, ਉਹਨੂੰ ਲੁੱਟ ਲੈਂਦਾ ਹੈ। ਉਹ ਕਿਉਂ ਲੁੱਟ ਲੈਂਦਾ? ਕਈ ਵਾਰੀ ਬੰਦਾ ਅਰਨਿੰਗ ਮੰਨ ਲਓ ਇਸ ਹਿਸਾਬ ਦੇ ਨਾਲ ਕਰੇ, ਇੱਕ ਮਹੀਨਾ ਜਾਂ ਸਾਲ ਪੂਰੀ ਭੱਜ ਨੱਠ ਬੜੀ ਕਰੇ, ਅਚਾਨਕ ਬੰਦੇ ਨੂੰ ਲੱਗੇ ਵੀ ਜਿੰਨੀ ਮੈਂ ਅਰਨਿੰਗ ਕੀਤੀ ਸੀ, ਕਮਾਈ ਕੀਤੀ ਸੀ, ਉਹ ਸਾਰੀ ਦਾ ਮੈਨੂੰ ਟੈਕਸ ਇਹੋ ਜਿਹਾ ਪੈ ਗਿਆ ਵੀ ਮੇਰੇ ਕੋਲ ਕੁਝ ਨਹੀਂ ਬਚਿਆ। ਸੇਮ ਇਸੇ ਤਰ੍ਹਾਂ ਬੰਦਾ ਧਰਮ ਦੇ ਕੰਮ ਕਰਦਾ ਰਹੇ, ਧਾਰਮਿਕ ਅਸਥਾਨ 'ਤੇ ਆਉਂਦਾ ਰਹੇ ਤੇ ਬੰਦਾ ਬਾਅਦ ਦੇ ਵਿੱਚ ਕਹੇ ਵੀ ਮੇਰੇ ਪੱਲੇ ਤੇ ਕੁਝ ਨਹੀਂ ਪਿਆ, ਨਾ ਮੈਂ ਸੱਚਾ ਇਨਸਾਨ ਬਣ ਸਕਿਆ, ਨਾ ਮੇਰੇ ਜੀਵਨ ਦੇ ਵਿੱਚ ਕੋਈ ਤਬਦੀਲੀ ਆਈ, ਅੰਦਰੋਂ ਬਾਹਰੋਂ ਮੈਂ ਇੱਕ ਨਹੀਂ ਹੋ ਸਕਿਆ। ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਜਮ ਜਾਗਾਤੀ ਲੂਟਾ ਹੈ। ਜਮ ਜਾਗਾਤੀ ਉਹਨੂੰ ਲੁੱਟ ਲੈਂਦੇ ਨੇ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਇਤ ਜਿਤ ਛੂਟੈ। ਨਿਰਵਾਣ ਦਾ ਮਤਲਬ ਹੈ ਕਿਸੇ ਵੀ ਵਾਸ਼ਨਾ ਤੋਂ ਰਹਿਤ। ਜਦੋਂ ਅਸੀਂ ਗੁਰਦੁਆਰੇ ਹੁੰਦੇ ਹਾਂ ਨਾ ਜਾਂ ਬਾਣੀ ਪੜ੍ਹੀਏ, ਅਸੀਂ ਇਸ ਸੋਚ ਕਰਕੇ ਨਹੀਂ ਪੜ੍ਹਨੀ ਵੀ ਜੇ ਇੰਨੇ ਦਿਨ ਬਾਣੀ ਪੜ੍ਹਾਂਗੇ ਤੇ ਸਾਡੀ ਆ ਫਲਾਣੀ ਮੁਰਾਦ ਪੂਰੀ ਹੋ ਜਾਏਗੀ। ਅੱਜ ਬਹੁਤ ਗਿਣਤੀ ਇਸੇ ਤਰ੍ਹਾਂ ਹੀ ਕਰ ਰਹੀ ਹੈ ਵੀ ਗੁਰੂ ਸਾਹਿਬ ਜੀ ਕਿਰਪਾ ਕਰੋ ਮੇਰਾ ਫਲਾਣਾ ਕੰਮ ਪੂਰਾ ਹੋ ਜਾਏ, ਮੈਂ ਇੰਨੇ ਦਿਨ ਗੁਰਦੁਆਰੇ ਆਵਾਂਗਾ, ਇੰਨੇ ਮੈਂ ਪਾਠ ਕਰਵਾ ਦਿਆਂਗਾ। ਜਾਂ ਆ ਜਿਹੜੀ ਸੰਕਟ ਮੋਚਨ ਵਗੈਰਾ ਬੁੱਕ ਹੈ, ਅਸਲ ਦੇ ਵਿੱਚ 40 ਦਿਨ ਇਸ ਢੰਗ ਨਾਲ ਪਾਠ ਕਰੋ ਤੇ ਆ ਫਲਾਣਾ ਜਿਹੜਾ ਲਾਭ ਹੋ ਜਾਂਦਾ। ਇਹ ਹੈ ਨਿਰਵਾਣ ਕੀਰਤਨ ਨਹੀਂ ਹੈ। ਇਹ ਅਸਲ ਦੇ ਵਿੱਚ ਅੰਦਰੋਂ ਵਾਸ਼ਨਾ ਲੈ ਕੇ, ਕੋਈ ਨਾ ਕੋਈ ਅੰਦਰ ਦੀ ਮੰਗ ਲੈ ਕੇ ਬੰਦਾ ਆਪਣੀ ਫਾਈਲ ਤੇ ਸਾਈਨ ਕਰਵਾਉਣ ਦੇ ਲਈ ਵੀ ਆ ਜਿਹੜੀ ਮੇਰੀ ਮੰਗ ਹੈ ਇਸ ਨੂੰ ਅਪਰੂਵ ਕੀਤਾ ਜਾਏ, ਬੰਦਾ ਕਰ ਰਿਹਾ ਹੁੰਦਾ। ਤੇ ਅੱਜ ਦੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਨੇ ਵਾਸ਼ਨਾ ਤੋਂ ਰਹਿਤ। ਅਸਲ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰਨ ਦੀ ਭਾਵਨਾ ਦੇ ਨਾਲ ਜਦੋਂ ਕੋਈ ਬਾਣੀ ਪੜ੍ਹਦਾ ਹੈ, ਬਾਣੀ ਪੜ੍ਹ ਕੇ ਜੋ ਸ਼ਬਦ ਦੇ ਵਿੱਚ ਲਿਖਿਆ ਹੈ ਉਹ ਉਹਦੇ ਮੁਤਾਬਕ ਜੀਵਨ ਜਿਉਣ ਲਈ ਤਿਆਰ ਹੈ। ਵੀ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ, ਜਿਹੜਾ ਕੀਰਤਨ ਦਾ ਮਤਲਬ ਹੈ ਇੱਕ ਤੇ ਇੰਸਟਰੂਮੈਂਟ ਦੇ ਨਾਲ ਗਾਣਾ, ਇੱਕ ਆਪਣੀ ਪੂਰੀ ਲਾਈਫ ਨੂੰ ਰੱਬ ਦੀ ਭਗਤੀ ਦਾ ਮਿਊਜ਼ਿਕ ਬਣਾਉਣਾ। ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਕੋਈ ਵਾਸ਼ਨਾ ਤੋਂ ਰਹਿਤ ਹੋ ਕੇ ਰੱਬ ਦੀ ਕੀਰਤੀ ਕਰਦਾ ਹੈ, ਕੋਈ ਵੀ ਸੇਵਾ ਬੰਦਾ ਕਰ ਲੈ ਗੁਰਦੁਆਰੇ ਦੇ ਵਿੱਚ, ਕੋਈ ਵੀ ਐਕਟੀਵਿਟੀ ਕਰਦਾ, ਨਿਮਕ ਸਿਮਰਤ ਜਿਤ ਛੂਟਾ। ਬੰਦੇ ਦੇ ਨਿਮਕ ਸਿਮਰਨ ਦੇ ਨਾਲ ਹੀ ਥੋੜ੍ਹੀ ਜਿਹੀ ਜਿਹੜੀ ਭਾਵਨਾ ਹੈ ਨਾ, ਜਦੋਂ ਬੰਦੇ ਦੇ ਅੰਦਰ ਪਵਿੱਤਰ ਪੈਦਾ ਹੋ ਜਾਂਦੀ, ਉਦੋਂ ਹੀ ਬੰਦਾ ਅਸਲ ਦੇ ਵਿੱਚ ਵਿਕਾਰਾਂ ਤੋਂ ਛੁੱਟ ਜਾਂਦਾ ਹੈ, ਉਹਦੀ ਖਲਾਸੀ ਹੋ ਜਾਂਦੀ ਹੈ। ਤੇ ਹਜ਼ੂਰ ਨੇ ਜ਼ਿਕਰ ਕੀਤਾ ਅੱਜ ਦੇ ਸ਼ਬਦ ਦੇ ਵਿੱਚ, ਕੋਟ ਤੀਰਥ ਮੱਜਨ ਇਸ਼ਨਾਨਾ।
ਕਰੋੜਾਂ ਤੀਰਥਾਂ ਦੇ ਉੱਤੇ ਜਾ ਕੇ ਬੰਦਾ ਇਸ਼ਨਾਨ ਕਰਦਾ, ਕਿਉਂਕਿ ਇਹ ਵੀ ਕਾਰਨ ਹੈ ਬੰਦੇ ਦੇ ਪਖੰਡ ਦਾ। ਇੱਕ ਇਹ ਵੀ ਕਾਰਨ ਸੀ, ਗੁਰੂ ਸਾਹਿਬ ਜੀ ਕਹਿੰਦੇ ਨੇ ਪਾਪ ਕਰੈ ਪੰਚਾਂ ਕੇ ਵਾਸਰੇ, ਤੀਰਥ ਨਹਾਏ ਕਹੈ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਦ ਖੜੇ ਕਾ ਲੰਕ। ਕਈ ਵਾਰੀ ਬੰਦਾ ਇਸ ਤਰ੍ਹਾਂ ਕਰਦਾ ਸੀ ਕਿ ਅਸਲ ਦੇ ਵਿੱਚ ਮੈਂ ਬਹੁਤ ਸਾਰੇ ਪਾਪ ਕੀਤੇ ਨੇ, ਹੁਣ ਮੈਂ ਇੱਕ ਵਾਰੀ ਗੰਗਾ ਮਈਆ 'ਤੇ ਇਸ਼ਨਾਨ ਕਰ ਲਾਂ, ਜਾਂ ਹਰਿਦੁਆਰ ਦੀ ਧਰਤੀ 'ਤੇ ਲੋਕ ਸੀ, ਪ੍ਰੀਸਟਰੀ ਕਲਾਸ ਦੇ ਲੋਕ ਕਹਿੰਦੇ ਸਨ, ਇੱਕ ਵਾਰੀ ਬੰਦਾ ਇਸ਼ਨਾਨ ਕਰ ਲਏ ਤੇ ਉਹਦੇ ਪਾਪ ਜਿਹੜੇ ਉਤਰ ਜਾਂਦੇ ਨੇ। ਤੇ ਆਮ ਕਰਕੇ ਹੀ ਕਿਹਾ ਜਾਂਦਾ ਸੀ ਵੀ ਬੰਦਾ ਫਲਾਣਾ ਤੇ ਗੰਗਾ ਨਹਾਇਆ ਆ, ਤੇ ਉਸ ਤੋਂ ਬਾਅਦ ਬੰਦਾ ਫਿਰ ਉਸ ਤਰ੍ਹਾਂ ਦੇ ਪਾਪ ਦੁਬਾਰਾ ਸ਼ੁਰੂ ਕਰ ਦਿੰਦਾ ਵੀ ਮੈਂ ਤੇ ਧਰਮ ਦੇ ਕੰਮ ਕਰ ਲੈਣ। ਕਈ ਵਾਰੀ ਬੰਦਾ ਗੁਨਾਹ ਕਰਦਾ ਤੇ ਕੁਝ ਧਰਮ ਦੇ ਕਰਮ ਕਰਨ ਤੋਂ ਬਾਅਦ ਬੰਦਾ ਫਿਰ ਸ਼ੰਕਾ ਲਾ ਦਿੰਦਾ ਵੀ ਉਹ ਭੁੱਲਾਂ ਮੈਂ ਬਖਸ਼ਾ ਲਈਆਂ ਸੀ। ਜਿਵੇਂ ਮੈਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ, ਭੋਪਾਲ ਦੇ ਵਿੱਚ ਇੱਕ ਕੀਰਤਨੀ ਵੀਰ ਸਨ, ਉਹਨਾਂ ਨੇ ਸੰਗਤ ਨੂੰ ਕਿਹਾ ਵੀ ਸਾਧ ਸੰਗਤ ਜੀ ਸਵੇਰੇ ਸਵੇਰੇ ਉੱਠ ਕੇ ਨਾ ਅੰਮ੍ਰਿਤ ਵੇਲੇ ਆਪਾਂ ਸਿਮਰਨ ਕਰਨਾ ਤੇ ਤੁਸੀਂ ਸਾਰੇ ਆਇਓ। ਤੇ ਸੰਗਤ ਨੂੰ ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਨਹੀਂ ਆਣਾ, ਤੁਸੀਂ ਨਾ ਪ੍ਰੋਮਿਸ ਕਰੋ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਹੱਥ ਖੜੇ ਕਰਕੇ। ਤੇ ਜਦੋਂ ਤੁਸੀਂ ਪ੍ਰੋਮਿਸ ਕੀਤਾ, ਸਾਰੀ ਸੰਗਤ ਨੇ ਹੱਥ ਖੜੇ ਕੀਤੇ ਵੀ ਸਵੇਰੇ ਆਵਾਂਗੇ, ਤੇ ਉਹ ਕਹਿਣ ਲੱਗੇ ਹੁਣ ਜੇ ਗੁਰੂ ਸਾਹਿਬ ਜੀ ਦੇ ਨਾਂ ਦਰ ਤੇ ਆਏ ਤੁਸੀਂ ਦੇਣਦਾਰ ਹੋਗੇ। ਸੰਗਤ ਨੇ ਕਿਹਾ ਵੀ ਚਲੋ ਠੀਕ ਹੈ। ਸਵੇਰੇ ਇਹ ਹੋਇਆ ਵੀ ਸੰਗਤ ਤੇ ਸਾਰੀ ਆ ਗਈ, ਤੇ ਜਿਹੜੇ ਭਾਈ ਸਾਹਿਬ ਨੇ ਸਿਮਰਨ ਕਰਾਉਣਾ ਸੀ, ਜਿਹੜੇ ਹੱਥ ਖੜੇ ਕਰਵਾ ਰਹੇ ਸਨ, ਉਹ ਨਾ ਆਏ। ਤੇ ਉਹਨਾਂ ਨੂੰ ਜਦੋਂ ਨਾ ਆਏ ਨਾ, ਤੇ ਜਦੋਂ 10-12 ਵਜੇ ਬਾਅਦ ਦੇ ਵਿੱਚ ਸੰਗਤ ਨੇ ਪੁੱਛਿਆ ਵੀ ਬਾਬਾ ਜੀ ਤੁਸੀਂ ਆਏ ਨਹੀਂ, ਤੁਸੀਂ ਕਹਿੰਦੇ ਸੀ ਵੀ ਜਿਹੜਾ ਹੱਥ ਖੜੇ ਕਰਕੇ ਪ੍ਰੋਮਿਸ ਕਰੇਗਾ ਨਹੀਂ ਆਏਗਾ ਗੁਰੂ ਘਰ ਦਾ ਦੇਣਦਾਰ ਹੋਏਗਾ। ਤੇ ਫਿਰ ਉਹ ਕਹਿਣ ਲੱਗੇ ਜੀ ਮੇਰੇ ਕੋਲੋਂ ਗਲਤੀ ਤਾਂ ਹੋਈ ਸੀ, ਪਰ ਮੈਂ ਨਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਗੁਰੂ ਸਾਹਿਬ ਕੋਲੋਂ ਮਾਫੀ ਮੰਗ ਲਈ ਸੀ। ਇਹਨੂੰ ਮਨੋਵਿਗਿਆਨ ਦੇ ਵਿੱਚ ਕਹਿੰਦੇ ਨੇ ਮੋਰਲ ਲਾਇਸੈਂਸਿੰਗ। ਜਦੋਂ ਬੰਦਾ ਅਸਲ ਦੇ ਵਿੱਚ ਕੰਮ ਉਲਟ ਕਰੇ ਤੇ ਆਪਣੇ ਵੱਲੋਂ ਆਪਣੇ ਆਪ ਨੂੰ ਹੀ ਕਹਿ ਦੇ ਵੀ ਮੈਂ ਆ ਫਲਾਣਾ ਗੁੱਡ ਕੰਮ ਕਰ ਲਿਆ ਸੀ, ਇਸ ਕਰਕੇ ਮੇਰੀ ਆ ਜਿਹੜੀ ਕੀਤਾ ਹੋਇਆ ਕੁਕਰਮ ਹੈ ਹੁਣ ਰੱਬ ਨੇ ਮਾਫ ਕਰ ਦਿੱਤਾ ਹੋਏਗਾ, ਬਹੁਰ ਕਮਾਵਾ ਹੋਏ ਨਿਸੰਗ। ਵੀ ਬੰਦਾ ਲੋਕਾਂ ਨਾਲ ਝੂਠ ਕਰੇ, ਦਗਾ ਕਰੇ, ਜਿਵੇਂ ਮਲਕ ਭਾਗੋ ਦੀ ਤਰ੍ਹਾਂ ਉਹ ਇੱਕ ਬ੍ਰਹਮ ਭੋਜ ਕਰਦੇ। ਬ੍ਰਹਮ ਭੋਜ ਕਰਨ ਤੋਂ ਬਾਅਦ ਉਹ ਸੋਚ ਲਏ ਵੀ ਵੇਖੋ ਭਾਵੇਂ ਮੈਂ ਸਾਰਾ ਸਾਲ ਮਾਰੀ ਠੱਗੀ ਕਾਰੋਬਾਰ ਦੇ ਵਿੱਚ, ਪਰ ਮੈਂ ਗੁਰਦੁਆਰੇ ਦੇ ਵਿੱਚ ਪਾਠ ਕਰਵਾ ਦਿੱਤਾ ਸੀ, ਮੈਂ ਲੰਗਰ ਕਰਵਾ ਦਿੱਤਾ ਸੀ, ਹੁਣ ਮੇਰੀਆਂ ਮਾਰੀਆਂ ਹੋਈਆਂ ਠੱਗੀਆਂ ਜਿਹੜੀਆਂ ਨੇ ਉਹ ਬਦਲ ਚੁੱਕੀਆਂ ਹੋਣਗੀਆਂ, ਵੀ ਹੁਣ ਰੱਬ ਨੇ ਮੈਨੂੰ ਲਾਇਸੈਂਸ ਦੇ ਦੇਣਾ। ਇਹ ਜਿਹੜੀ ਮੋਰਲ ਲਾਇਸੈਂਸਿੰਗ ਹੈ ਨਾ, ਵੀ ਬੰਦਾ ਇੱਕ ਪੁੱਠਾ ਕੰਮ ਕਰਦਾ, ਇੱਕ ਠੀਕ ਥੋੜਾ ਜਿਹਾ ਕਰਕੇ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀ ਵੈਰਾਸ, ਤੇ ਫਿਰ ਇਹ ਆਪਣੇ ਆਪ ਹੀ ਸਮਝ ਲਏ ਵੀ ਹੁਣ ਜਿਹੜੇ ਮੇਰੇ ਕੰਮ ਜਿਹੜੇ ਨੇ ਉਹ ਪਿਛਲੇ ਮਾਫ ਕਰ ਦਿੱਤੇ ਗਏ ਹੋਣਗੇ। ਤੇ ਗੁਰੂ ਸਾਹਿਬ ਜੀ ਇਸ ਗੱਲ ਨੂੰ ਬਾਣੀ ਦੇ ਅੰਦਰ ਜ਼ਿਕਰ ਕਰ ਰਹੇ ਨੇ, ਕੋਟ ਤੀਰਥ ਮੱਜਨ ਇਸ਼ਨਾਨਾ। ਲੋਕ ਇੱਕ ਦੋ ਤੀਰਥ ਤੇ ਨਹੀਂ, ਤੁਸੀਂ ਕਰੋੜਾਂ ਤੇ ਤੀਰਥਾਂ ਤੇ। ਔਰ ਇੰਡੀਆ ਦੇ ਵਿੱਚ ਵਾਪਰ ਰਿਹਾ, ਜਿਹੜੇ ਸਾਊਥ ਦੇ ਵਿੱਚ ਲੋਕ ਰਹਿੰਦੇ ਨੇ ਉਹ ਦੂਸਰੀ ਥਾਂ ਤੇ ਜਾ ਰਹੇ ਨੇ, ਤੇ ਜਿਹੜੇ ਨਾਰਥ ਦੇ ਵਿੱਚ ਰਹਿੰਦੇ ਨੇ ਉਹ ਸਾਊਥ ਦੇ ਜਿਹੜੇ ਪਿਲਗ੍ਰਿਮੇਜਿਸ ਦੇ ਉੱਤੇ ਜਾ ਰਹੇ ਨੇ। ਉਹ ਕਹਿੰਦੇ ਨੇ ਉੱਥੇ ਇਸ਼ਨਾਨ ਕਰਿਆ ਜ਼ਿਆਦਾ ਗੱਲ ਬਣੇਗੀ। ਕਈ ਵਾਰੀ ਬੰਦਾ ਨੇੜੇ ਰਹਿੰਦਾ ਹੁੰਦਾ, ਉਸ ਧਾਰਮਿਕ ਸਥਾਨ ਤੇ ਬੰਦੇ ਦੀ ਸ਼ਰਧਾ ਨਹੀਂ ਹੁੰਦੀ। ਬੜੀ ਵਿਦਵਾਨਾਂ ਨੇ ਕਈ ਵਾਰੀ ਗੱਲ ਸੁਣਾਈ, ਆਨੰਦਪੁਰ ਸਾਹਿਬ ਜਦੋਂ ਬਾਜ ਆਏ ਨਾ ਇੱਕ ਵਾਰੀ 84 ਤੋਂ ਬਾਅਦ, ਕਿਸੇ ਸੱਜਣ ਨੇ ਸਿਖਾ ਕੇ ਉਡਾਏ ਸਨ, ਤੇ ਇਹ ਖਬਰ ਫੈਲੀ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ ਆਇਆ। ਬੜੇ ਲੋਕ ਜਿਹੜੇ ਨੇ ਧੜਾਧੜ ਮੱਥਨ ਟੇਕਣ ਆ ਰਹੇ ਸੀ, ਭੀੜਾਂ ਆ ਰਹੀਆਂ ਸੀ। ਤੁਹਾਡੇ ਸਾਹਮਣੇ ਘਟਨਾਵਾਂ ਵਾਪਰੀਆਂ ਹੋਣੀਆਂ, ਕਈ ਬਜ਼ੁਰਗਾਂ ਨੇ ਵੇਖਿਆ ਵੀ ਹੋਏਗਾ। ਉੱਥੇ ਇੱਕ ਬਜ਼ੁਰਗ ਆਨੰਦਪੁਰ ਰਹਿਣ ਵਾਲਾ ਪੌੜੀਆਂ ਚੜ੍ਹਦਾ ਕਹਿਣ ਲੱਗਾ ਵੀ ਅੱਜ 18 ਸਾਲ ਹੋ ਗਏ ਨੇ ਮੈਨੂੰ ਇੱਥੇ ਰਹਿੰਦਿਆਂ, ਪਰ ਅੱਜ ਤੱਕ ਮੈਂ ਕਦੇ ਅੰਦਰ ਨਹੀਂ ਸੀ ਆਇਆ। ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਭੇਜਿਆ ਤੇ ਮੈਂ ਉਹ ਬਾਜ ਨੂੰ ਦਰਸ਼ਨ ਕਰਨ ਲਈ ਵੇਖੋ ਅੱਜ ਗੁਰੂ ਸਾਹਿਬ ਨੇ ਮੈਨੂੰ ਇੱਥੇ ਸੱਦ ਹੀ ਲਿਆ। ਕਹਿਣ ਦਾ ਮਤਲਬ ਇਹ ਬੰਦਾ ਸੈਲਫ ਡਿਸੈਪਸ਼ਨ ਦੇ ਵਿੱਚ ਰਹਿ ਰਿਹਾ, ਆਪਣੇ ਆਪ ਨੂੰ ਜਿਹੜਾ ਧੋਖਾ ਦੇ ਰਿਹਾ। ਕਈ ਵਾਰੀ ਬੰਦਾ ਜਿੱਥੇ ਰਹਿੰਦਾ ਹੁੰਦਾ ਨਾ ਉਹਦੇ ਪ੍ਰਤੀ ਸ਼ਰਧਾ ਨਹੀਂ ਹੁੰਦੀ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਹਾਂ ਬਸਾਲੇ ਤਾਂ ਬੈਸਾਂ ਸੁਆਮੀ,
ਜਾਂ ਭੇਜੈ ਤਹ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤਰ ਹੈ ਥਾਵਾਂ। ਬੰਦਿਆ ਤੂੰ ਸੋਚ ਬਦਲ, ਤੇਰੇ ਘਰ ਦਾ ਗੁਰਦੁਆਰਾ ਵੀ ਓਨਾ ਹੀ ਪਵਿੱਤਰ ਹੈ ਜਿੰਨਾ ਕੋਈ ਦੂਸਰਾ ਧਾਰਮਿਕ ਸਥਾਨ ਤੂੰ ਸਮਝਣਾ। ਵੀ ਤੇਰੀ ਸੁਰਤੀ ਦੇ ਵਿੱਚ ਵੀ ਫਲਾਣੀ ਥਾਂ ਤੇ ਜਾਵਾਂ ਤੇ ਜ਼ਿਆਦਾ ਜਿਹੜੀ ਬਖਸ਼ਿਸ਼ ਹੋਏਗੀ, ਤੇ ਜੇ ਘਰ ਵਾਲਾ ਕੋਲ ਗੁਰਦੁਆਰਾ ਉੱਥੇ ਜਾਵਾਂ ਤੇ ਘੱਟ ਬਖਸ਼ਿਸ਼ ਹੋਏਗੀ। ਇਹ ਬੰਦੇ ਦਾ ਵਹਿਮ ਹੈ। ਗੁਰੂ ਗ੍ਰੰਥ ਸਾਹਿਬ ਜੀ ਉਹੀ ਨੇ ਤੇ ਹਰ ਗੁਰੂ ਘਰ ਦੇ ਵਿੱਚ ਨੇ, ਤੇ ਉਹਨਾਂ ਦੇ ਵਿੱਚ ਸ਼ਕਤੀ ਓਨੀ ਹੈ। ਅਸਲ ਦੇ ਵਿੱਚ ਸਰਬ ਕਲਾ ਦਾ ਗਿਆਤਾ ਹੈ ਗੁਰੂ। ਅਸਲ ਦੇ ਵਿੱਚ ਇਸ ਕਰਕੇ ਗੁਰੂ ਸਾਹਿਬ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਵੇਦ ਕਤੇਬ ਸਿਮਰਤ ਸ਼ਬ ਸਾਸਤ। ਇੱਥੇ ਜ਼ਿਕਰ ਕਰ ਰਹੇ ਨੇ, ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਪ੍ਰੀਜੈ। ਲੋਕ ਭੁਲੇਖੇ ਦੇ ਵਿੱਚ ਆ ਕੇ ਪਖੰਡ ਕਰਦੇ ਸਨ ਕਿ ਫਲਾਣੇ ਤੀਰਥ ਤੇ ਇਸ਼ਨਾਨ ਕਰ ਲਈਏ, ਇਹਦੇ ਨਾਲ ਗੱਲ ਬਣ ਜਾਏਗੀ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਆਪਣੀ ਸੋਚ ਬਦਲੋ। ਜੇ ਸੋਚ ਬਦਲਣੀ ਹੈ ਤੁਹਾਨੂੰ ਬਾਣੀ ਤੋਂ ਸੰਦੇਸ਼ ਲੈਣਾ ਪਏਗਾ, ਕਿਉਂਕਿ ਕਿਵੇਂ ਦੀ ਸੋਚ ਰੱਖਣੀ ਹੈ ਇਹ ਅਸੀਂ ਗੁਰੂ ਕੋਲੋਂ ਸਿੱਖਣਾ ਹੈ। ਇਸ ਕਰਕੇ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲਖਵਾਰ। ਉਹਦਾ ਮਤਲਬ ਹੈ ਲੱਖਾਂ ਵਾਰੀ ਵੀ ਜਾ ਕੇ ਜਿੱਥੇ ਮਰਜ਼ੀ ਪਵਿੱਤਰਤਾ ਦੇ ਸਾਧਨ ਅਪਣਾਏ ਜਾਣ ਤੇ ਅੰਦਰੋਂ ਮੈਲ ਨਹੀਂ ਉਤਰੇਗੀ। ਹਜ਼ੂਰ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਸਾਧ ਸੰਗ ਜੋ ਹਰ ਗੁਣ ਗਾਵੈ। ਸੰਗਤ ਦੇ ਨਾਲ ਜੁੜ ਕੇ ਜਿਹੜਾ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੀ ਲਾਈਫ ਦਾ ਮਿਊਜ਼ਿਕ ਬਣਾਉਂਦਾ ਹੈ, ਸੋ ਨਿਰਮਲ ਕਰ ਲੀਜੈ। ਉਹਦੀ ਮੈਲ ਜਿਹੜੀ ਉਤਰੇ ਗਈ, ਉਹ ਅਸਲ ਦੇ ਵਿੱਚ ਆਪਣੇ ਆਪ ਨੂੰ ਮੈਲ ਤੋਂ ਰਹਿਤ ਕਰ ਲਏਗਾ। ਵੇਦ ਕਤੇਬ ਸਿਮਰਤ ਸ਼ਾਸਤ, ਇਹ ਜਿੰਨੇ ਵੀ ਸਕ੍ਰਿਪਚਰਸ ਨੇ, ਇਨ ਪੜ੍ਹਿਆ ਮੁਕਤ ਨਾ ਹੋਈ। ਪੜ੍ਹਨ ਦੇ ਨਾਲ ਕੇਵਲ ਵਿਕਾਰਾਂ ਤੋਂ ਮੁਕਤੀ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਵੀ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੇ ਹਜ਼ੂਰ ਨੇ ਜ਼ਿਕਰ ਕੀਤਾ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਇੱਕ ਅੱਖਰ ਦਾ ਮਤਲਬ ਹੈ ਇੱਕ ਓਂਕਾਰ ਦੀ ਜਿਹੜੀ ਆਈਡੀਓਲੋਜੀ ਹੈ ਨਾ, ਉਹਨੂੰ ਜਿਹੜਾ ਜਾਪੈ ਦਾ ਮਤਲਬ ਹੈ ਪਹਿਚਾਣ ਕੇ ਆਪਣੇ ਆਪ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਰਪਿਤ ਕਰਦਾ ਹੈਗਾ। ਇਹ ਜਿਹੜਾ ਸਾਨੂੰ ਲੱਗਦਾ ਤੇ ਇੱਕ ਅੱਖਰ ਹੀ ਹੈ ਇੱਥੇ ਜਿਹੜਾ ਸ਼ਬਦ ਲਿਖਿਆ ਹੋਇਆ। ਇੱਕ ਅੱਖਰ ਦਾ ਮਤਲਬ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਈਡੀਓਲੋਜੀ ਦੇ ਮੁਤਾਬਕ ਜਦੋਂ ਅਸੀਂ ਹੋ ਜਾਾਂਗੇ। ਤਿਸ ਕੀ ਨਿਰਮਲ ਸੋਈ, ਅਸਲ ਦੇ ਵਿੱਚ ਉਹਦੀ ਹੀ ਨਿਰਮਲ ਸ਼ੋਭਾ ਹੈ ਤੇ ਉਹ ਗੁਰੂ ਦੇ ਕੋਲ ਬਹਿਣ ਦੀ ਜਾਚ ਸਿੱਖ ਜਾਏਗਾ। ਅੰਦਰ ਦਾ ਵਿਕਾਰਾਂ ਦਾ ਜਿਹੜਾ ਮੁਸ਼ਕਲਾਵਾਂ ਦਾ ਜਿਹੜਾ ਸਾਗਰ ਤਰ ਜਾਏਗਾ। ਹਜ਼ੂਰ ਕਹਿੰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਂਝਾ। ਇਹ ਜਿਹੜਾ ਉਪਦੇਸ਼ ਹੈ, ਅੱਜ ਵੇਖੋ ਮਲਟੀ ਜਿਹੜਾ ਕਲਚਰਿਜ਼ਮ ਦੀ ਗੱਲ ਚੱਲ ਰਹੀ ਹੈ, ਜਾਂ ਗਲੋਬਲ ਸਿਟੀਜ਼ਨ ਦੇ ਤੌਰ ਤੇ ਬੰਦੇ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਨੇ। ਬੰਦਾ ਕਈ ਵਾਰੀ ਕਹਿੰਦਾ ਜੀ ਮੈਂ ਤਾਂ ਗੁੱਡ ਹਿਊਮਨ ਬੀਇੰਗ ਬਣਨਾ ਚਾਹੁੰਦਾ, ਤੇ ਗੁਰੂ ਸਾਹਿਬ ਵੀ ਇਹੀ ਗੱਲ ਕਰ ਰਹੇ ਨੇ ਵੀ ਜਿਹੜਾ ਸੱਚਾਈ ਦਾ ਉਪਦੇਸ਼ ਹੈ ਨਾ, ਇਹ ਸਾਰੀ ਹਿਊਮੈਨਿਟੀ ਲਈ ਹੈ। ਬਿਨਾਂ ਕਿਸੇ ਕਾਸਟ ਦੇ ਵਿਤਕਰੇ ਤੋਂ, ਬਿਨਾਂ ਕਿਸੇ ਦੇ ਨੈਸ਼ਨੈਲਿਟੀ ਦੇ ਵਿਤਕਰੇ ਤੋਂ ਸਾਰੀ ਦੁਨੀਆ ਲਈ ਸਾਂਝਾ ਉਪਦੇਸ਼ ਹੈ। ਉਹ ਉਪਦੇਸ਼ ਹੈ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ। ਜੋ ਗੁਰੂ ਦੇ ਰਾਹੀਂ ਨਾਮ ਜਪਦਾ ਹੈ ਉਹਦਾ ਉਧਾਰ ਹੁੰਦਾ ਹੈ ਇਸ ਜ਼ਿੰਦਗੀ ਦੇ ਵਿੱਚ। ਘੱਟ ਘੱਟ ਨਾਨਕ ਮਾਝਾ, ਉਹਨੂੰ ਫਿਰ ਸਾਰੇ ਹਿਰਦਿਆਂ ਦੇ ਵਿੱਚ ਰੱਬ ਦਿਸਣ ਲੱਗ ਪੈਂਦਾ ਹੈ। ਕਹਿਣ ਦਾ ਮਤਲਬ ਉਹ ਜ਼ਿੰਦਗੀ ਦੇ ਅੰਦਰ ਪਲ ਪਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਹਿਸੂਸ ਕਰਦਾ ਹੋਇਆ ਆਪਣਾ ਬਿਹੇਵ ਤੇ ਆਪਣੀਆਂ ਆਦਤਾਂ ਨੂੰ ਗੁਰੂ ਦੇ ਮੁਤਾਬਕ ਬਣਾ ਲੈਂਦਾ ਹੈ। ਗੁਰੂ ਸਾਹਿਬ ਜੀ ਮਿਹਰ ਕਰਨ, ਸਾਨੂੰ ਗੁਰੂ ਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਆਏ। ਅੱਜ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਹੈ ਕਿ ਜੇ ਕੋ ਬਚਨ ਕਮਾਵੈ ਸੰਤਨ ਕਾ। ਤੇ ਗੁਰੂ ਸਾਹਿਬ ਦਾ ਪਹਿਲਾ ਬਚਨ ਸਾਨੂੰ ਇਹ ਵੇ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁਲ ਛਕੇ। ਵੀ ਸਭ ਤੋਂ ਪਹਿਲਾਂ ਸਾਡਾ ਜਿਹੜਾ ਹੁਕਮ ਹੈ ਖੰਡੇ ਬਾਟੇ ਦੀ ਪਹੁਲ ਲੈਣਾ। ਤੇ ਇੱਥੇ ਗੁਰਮੁਖ ਪਿਆਰਿਆਂ ਨੇ ਉਪਰਾਲਾ ਕੀਤਾ ਤੁਹਾਡੇ ਗੁਰੂ ਸਾਹਿਬ ਘਰ ਦੇ ਵਿੱਚ। ਇੱਥੇ ਬੜੀ ਖੁਸ਼ਕਿਸਮਤੀ ਹੈ ਕਿ ਤੁਹਾਡੇ ਕੋਲ ਵਧੀਆ ਤੋਂ ਵਧੀਆ ਸਕਾਲਰ ਹਰ ਮਹੀਨੇ ਕੋਈ ਨਾ ਕੋਈ ਚੇਂਜ ਹੋ ਕੇ ਜਿਹੜੇ ਇੱਥੇ ਸਟੇਜ ਤੋਂ ਸੰਬੋਧਨ ਕਰਦੇ ਨੇ, ਚੰਗੇ ਰਾਗੀ ਜਿੱਥਿਆਂ ਦਾ ਕੀਰਤਨ ਸਰਵਨ ਕਰਦੇ ਹੋ। ਕਲਾਸਾਂ ਧਰਮ ਦੀਆਂ ਜਿਹੜੀਆਂ ਗੁਰਸਿੱਖੀ ਦੇ ਬਾਰੇ ਲੱਗਣੀਆਂ ਚਾਹੀਦੀਆਂ ਉਹ ਵੀ ਲੱਗਦੀਆਂ ਨੇ। ਇਸ ਕਰਕੇ ਹੁਣ ਅਸੀਂ ਆਪ ਉਪਰਾਲਾ ਕਰਨਾ ਤੇ ਵੀ ਜਿਹੜਾ ਗੁਰੂ ਸਾਹਿਬ ਜੀ ਦੀ ਮਹਾਨਤਾ ਨੂੰ, ਸਿਗਨੀਫਿਕੈਂਸ ਨੂੰ, ਬਾਣੀ ਨੂੰ ਸਮਝੀਏ
ਤੇ ਅਸੀਂ ਗੁਰੂ ਦੇ ਲੜ ਲੱਗੀਏ। ਇਸ ਕਰਕੇ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਜਿਹੜੇ ਪ੍ਰਾਣੀ ਨੇ 6 ਤਰੀਕ ਨੂੰ 6 ਜਨਵਰੀ ਨੂੰ ਜਿਹੜਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਸਰਦਾਰ ਬਲਬੀਰ ਸਿੰਘ ਜੀ ਬੈਠੇ ਨੇ ਤੁਹਾਡੇ ਕੋਲ, ਇਹਨਾਂ ਨੂੰ ਤੁਸੀਂ ਨਾਂ ਬਲਬੀਰ ਸਿੰਘ ਜੀ ਹੰਸਰਾ ਉਹਨਾਂ ਨੂੰ ਨਾਂ ਤੁਸੀਂ ਲਿਖਾ ਸਕਦੇ ਹੋ, ਤਾਂ ਕਿ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਣ ਦੇ ਲਈ ਜਿਹੜਾ ਪਹਿਲਾ ਸਟੈਪ ਹੈ ਉਹ ਚੱਲ ਕੇ ਉਸ ਤੋਂ ਬਾਅਦ ਸਟੱਡੀ ਸ਼ੁਰੂ ਹੁੰਦੀ ਗੁਰਬਾਣੀ ਦੀ, ਉਹਦੇ ਮੁਤਾਬਕ ਜੀਣਾ ਹੁੰਦਾ। ਤੇ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਹੋਇਆ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧ।